ਨਮਸਕਾਰ, ਮੈਂ ਹਾਂ ਸ਼ਮੀ ਡਾਵਰਾ ਤੇ ਤੁਸੀਂ ਦੇਖ ਰਹੇ ਹੋ SDTV ਪ੍ਰਾਈਮ। ਦੋਸਤੋ, SDTV ਪ੍ਰਾਈਮ ਤੇ ਅਸੀਂ ਬਾਤ ਮੁਲਾਕਾਤ ਦੇ ਵਿੱਚ ਅੱਜ ਅਸੀਂ ਇੱਕ ਅਜਿਹੇ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਆਪਣੀ ਸਮਾਜ ਸੇਵਾ ਰਾਹੀਂ ਵਿਲੱਖਣ ਯੋਗਦਾਨ ਪਾਇਆ। ਅੱਜ ਐਵੀਏਸ਼ਨ ਇੰਡਸਟਰੀ ਦੇ ਵਿੱਚ ਨਾਮਣਾ ਖੱਟਿਆ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਬਣ ਕੇ ਰੂਪਨਗਰ ਹਲਕੇ ਤੋਂ ਇੱਕ ਮਜ਼ਬੂਤ ਸੰਭਾਵੀ ਉਮੀਦਵਾਰ ਦੇ ਤੌਰ ਤੇ ਸਾਹਮਣੇ ਆਏ। ਮੇਰਾ ਇਸ਼ਾਰਾ ਸਮਝ ਗਏ ਹੋਗੇ। ਅੱਜ ਮੇਰੇ ਨਾਲ ਨੇ ਅਜੇ ਵੀਰ ਸਿੰਘ ਲਾਲਪੁਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਪਹਿਲਾਂ ਸ਼ਮੀ ਵੀਰ ਜੀ, ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। SDTV ਦੀ ਟੀਮ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਮੌਕਾ ਦਿੱਤਾ ਕਿ ਮੈਂ ਆਪ ਦੇ ਸਰੋਤਿਆਂ ਦੇ ਸਾਹਮਣੇ ਆਪਣੇ ਵਿਚਾਰ ਰੱਖ ਸਕਦਾ ਔਰ ਜਿਹੜਾ ਹੈ ਆਪਣੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਲਈ ਤੁਸੀਂ ਮੈਨੂੰ ਪਲੇਟਫਾਰਮ ਦਿੱਤਾ ਕਿ ਮੈਂ ਆਪਣੀ ਭਾਵਨਾਵਾਂ ਜਿਹੜੀਆਂ ਇੱਥੇ ਐਕਸਪ੍ਰੈਸ ਕਰ ਸਕਦਾ। ਸੋ ਮੈਂ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ। Himachal Institute of Dental Sciences, Paonta Sahib, near Dehradun, Himachal Pradesh. Opening the doors for you. Come on in. It's an entrance to an exception. Excellent infrastructure, sprawling lawns, classrooms fitted with the latest teaching gadgets, fully air-conditioned library packed with the latest books and journals, fully operational laboratories, learning patient treatment skills, getting hands-on experience, energetic coaching and personalized attention. You could have not asked for better. The motivation you need and the support you deserve. 24 hours security and off-site surveillance too. Academic excellence and accomplished administration. We lay strong foundation for a successful future as your success is our passion. Experience the excellence and the fun time cause we believe play is as natural as breathing and as necessary. An ultimate choice for the students. Your search ends here. ਦੋਸਤੋ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਅੱਜ ਤੋਂ ਪਹਿਲਾਂ ਇਹਨਾਂ ਨੂੰ ਇੱਕ ਸਮਾਜ ਸੇਵੀ ਤੌਰ ਤੇ ਜਾਣਿਆ ਜਾਂਦਾ ਸੀ ਐਵੀਏਸ਼ਨ ਦੇ ਵਿੱਚ, ਕਿਉਂਕਿ ਬਹੁਤ ਵੱਡਾ ਯੋਗਦਾਨ ਐਵੀਏਸ਼ਨ ਇੰਡਸਟਰੀ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਉੱਥੇ ਇਹਨਾਂ ਦਾ ਇੱਕ ਨਾਂ ਹੈ, ਲੇਕਿਨ ਹੁਣ ਮੌਜੂਦਾ ਹਾਲਾਤ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਇੱਕ ਸੰਭਾਵੀ ਉਮੀਦਵਾਰ ਵੀ ਨੇ। ਇਸ ਲਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਮੁਖਾਰਬਨ ਤੋਂ ਆਪਣੇ ਦਰਸ਼ਕਾਂ ਨੂੰ ਇਹ ਜਾਣੂ ਕਰਾਉਣਾ ਚਾਹੁੰਦਾ ਤੁਹਾਡੀ ਕੁਝ ਬੈਕਗਰਾਊਂਡ ਵੀ ਕਿਸ ਤਰ੍ਹਾਂ ਤੁਸੀਂ ਜੁੜੇ ਹੋਏ ਹੋ ਰੂਪਨਗਰ ਹਲਕੇ ਦੇ ਨਾਲ ਔਰ ਕਿਸ ਤਰ੍ਹਾਂ ਤੁਸੀਂ ਹੁਣ ਲੀਡਰ ਜਿਹੜੇ ਹੈ ਇੱਕ ਉਦਯੋਗਪਤੀ ਤੋਂ ਇੱਕ ਐਵੀਏਸ਼ਨ ਇੰਡਸਟਰੀ ਚੋਂ ਬਾਹਰ ਨਿਕਲ ਕੇ ਜਿਹੜਾ ਹੈ ਉਹ ਨੇਤਾਗਿਰੀ ਵੱਲ ਜਾ ਰਹੇ ਹੋ। ਸ਼ਮੀ ਜੀ, ਮੇਰਾ ਪਿੰਡ ਜਿਹੜਾ ਨੂਰਪੁਰ ਬੇਦੀ ਦੇ ਨਾਲ ਲਾਲਪੁਰ ਹੈ ਜੀ। ਬਿਲਕੁਲ। ਐਂਡ ਮੇਰੇ ਫਾਦਰ ਉੱਥੇ ਦੇ ਬੌਰਨ ਬ੍ਰਾਟ ਅਪ ਨੇ, ਉੱਥੇ ਦੀ ਸਕੂਲਿੰਗ ਕੀਤੀ ਹੋਈ ਹੈ ਸਾਰੀ। ਔਰ ਮੇਰੇ ਫਾਦਰ ਦਾ ਸ਼ੁਰੂ ਤੋਂ ਹੀ ਆਪਣੇ ਪਿੰਡ ਦੇ ਨਾਲ ਆਪਣੇ ਏਰੀਏ ਨਾਲ ਬਹੁਤ ਲਗਾਵ ਰਿਹਾ। ਸੋ ਅਸੀਂ ਵੀ ਬਚਪਨ ਦੇ ਵਿੱਚ ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ ਅਸੀਂ ਜਿਹੜਾ ਹੈਗਾ ਆਪਣੇ ਪਿੰਡ ਆਉਣਾ। ਮੈਂ ਦਾਦੀ ਜੀ ਨਾਲ ਆਪਣੇ ਨਾਲ ਆਉਂਦਾ ਜਾਂਦਾ ਰਹਿੰਦਾ ਹੁੰਦਾ ਸੀ। ਮੇਰੀ ਭੂਆ ਨੇ ਉਹ ਇੱਥੇ ਮੈਰਿਡ ਨੇ, ਸੋ ਉਹਨਾਂ ਆਪਣੇ ਕਜ਼ਨਸ ਦੇ ਕੋਲ ਆਉਣਾ ਜਾਣਾ। ਇਸ ਕਰਕੇ ਮੈਂ ਸ਼ੁਰੂ ਤੋਂ ਹੀ ਆਪਣੇ ਮਿੱਟੀ ਦੇ ਨਾਲ ਇੱਥੇ ਜੁੜਿਆ ਹੋਇਆ। 2006 ਦੀ ਗੱਲ ਹੈ ਜੀ ਕਿ ਜਦੋਂ ਮੇਰੇ ਦਾਦਾ ਜੀ ਦਾ 35th ਡੈਥ ਐਨਵਰਸਰੀ ਸੀ ਅਤੇ ਅਸੀਂ ਆਪਣੇ ਪਿੰਡ ਆਏ। ਅਤੇ ਜਦੋਂ ਮੈਂ ਆ ਕੇ ਆਪਣੇ ਪਿੰਡ ਦਾ ਮਾਹੌਲ ਦੇਖਿਆ ਅਤੇ ਮੈਂ ਬਹੁਤ ਅਪਸੈਟ ਹੋਇਆ ਅਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਸਾਨੂੰ ਆਪਣੇ ਏਰੀਏ ਲਈ ਕੁਛ ਕਰਨਾ ਚਾਹੀਦਾ ਜੀ। ਅਤੇ ਉਹਨਾਂ ਨੇ ਉਸ ਵੇਲੇ ਕਿਹਾ ਵੀ ਮੈਂ ਥੋੜ੍ਹਾ ਇੱਥੇ ਲੋਕ ਜਿਹੜੀ ਆ ਉਹ ਕਈ ਵਾਰ ਜਿਹੜੀ ਵਿਰੋਧਤਾ ਵੀ ਕਰਦੇ ਨੇ ਜਾਂ ਡਰਦੇ ਨੇ, ਕਿਉਂਕਿ ਉਸ ਟਾਈਮ 'ਤੇ ਮਾਹੌਲ ਬੜਾ ਡਿਫਰੈਂਟ ਸੀ। ਅਤੇ ਮੈਂ ਫਿਰ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਜੀ ਦੇਖੋ ਵੀ ਜਿਹੜਾ ਆਲ੍ਹਣਾ ਹੁੰਦਾ ਉਹ ਆਪਣਾ ਰੋਲ ਅਦਾ ਕਰਦਾ ਵੀ ਚਿੜੀ ਦੇ ਅੰਡਿਆਂ ਨੂੰ ਜਿਹੜਾ ਉਹਨੂੰ ਬਾਰਿਸ਼ ਤੋਂ ਬਚਾਉਣਾ, ਉਹਨੂੰ ਮੀਂਹ ਹਨੇਰੀ ਤੋਂ ਬਚਾਉਣਾ। ਬਟ ਜੇ ਹੁਣ ਕੱਲ੍ਹ ਚਿੜੀ ਦੇ ਬੱਚਿਆਂ ਨੂੰ ਜਦੋਂ ਪੰਖ ਲੱਗ ਜਾਂਦੇ ਉਹ ਚਲੇ ਜਾਣ ਬਾਹਰ ਅਤੇ ਮੁੜ ਕੇ ਆਲ੍ਹਣੇ ਵੱਲ ਵਾਪਸ ਨਾ ਆਉਣ, ਅਤੇ ਇਹਦੇ ਵਿੱਚ ਆਲ੍ਹਣੇ ਦਾ ਤਾਂ ਕੋਈ ਕਸੂਰ ਨਹੀਂ, ਕਿਉਂਕਿ ਉਹਨੇ ਤਾਂ ਆਪਣਾ ਜੋ ਰੋਲ ਸੀਗਾ ਉਹ ਕਰਤਾ। ਸੋ ਸਾਨੂੰ ਆਪਣੇ ਪਿੰਡਾਂ ਵਿੱਚ ਆਉਣਾ ਚਾਹੀਦਾ। ਜਿਹੜੀ ਡਿਵੈਲਪਮੈਂਟ ਨਹੀਂ ਸਾਡੇ ਲੋਕ ਤਰਸਦੇ ਪਏ ਆ, ਜਾਂ ਜਿੰਨਾ ਕੁ ਡਿਫਰੈਂਸ ਅਸੀਂ ਦੇਖਿਆ ਆ ਕੇ ਉਦੋਂ ਜਦੋਂ ਮੈਂ ਪਿੰਡ ਆਇਆ 2006 ਦੇ ਵਿੱਚ, ਉਹ ਸਾਨੂੰ ਉਸ ਡਿਵੈਲਪਮੈਂਟ ਦੇ ਲਈ ਕੰਮ ਕਰਨਾ ਚਾਹੀਦਾ। ਫਿਰ ਮੈਂ 2006 ਤੋਂ ਜਿਹੜਾ ਹੈ ਆਪਣੇ ਏਰੀਏ ਦੇ ਵਿੱਚ ਜਿਹੜਾ ਆਉਣਾ ਸ਼ੁਰੂ ਕੀਤਾ, ਆਪਣੇ ਪਿੰਡਾਂ 'ਚ ਆਉਣਾ ਸ਼ੁਰੂ ਕੀਤਾ, ਲੋਕਾਂ ਨੇ ਸੁੱਖ ਦੁੱਖ 'ਚ ਆਉਣਾ ਸ਼ੁਰੂ ਕੀਤਾ। ਜਦੋਂ ਵੀ ਕੋਈ ਕਿਸੇ ਨੂੰ ਮੁਸ਼ਕਿਲ ਹੁੰਦਾ ਸੀ, ਖਾਸ ਕਰ ਧੱਕਾ ਹੁੰਦਾ ਸੀ, ਇਨਜਸਟਿਸ ਹੁੰਦਾ, ਉਦੋਂ ਮੈਂ ਆਪਣੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਕੀਤਾ। ਉਸ ਤੋਂ ਲੈ ਕੇ
ਅੱਜ 2022 ਹੋ ਗਈ ਹੈ ਜੀ, ਇਹ ਸਿਲਸਿਲਾ ਉਸੇ ਤਰੀਕੇ ਚੱਲਦਾ ਆ ਰਿਹਾ। ਇੱਕ ਦੋਸਤੋ ਦੱਸਦਾ ਕਿ ਅਜੇ ਵੀਰ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਸਪੁੱਤਰ ਹਨ। ਇਕਬਾਲ ਸਿੰਘ ਲਾਲਪੁਰਾ ਜੀ ਪੰਜਾਬ ਪੁਲਿਸ ਵਿੱਚੋਂ ਆਈਜੀ ਦੇ ਤੌਰ ਤੇ ਰਿਟਾਇਰਡ ਹੋਏ ਤੇ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਵੱਡੇ ਤੇ ਉੱਘੇ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਨੇ। ਮੈਂ ਇੱਕ ਇਹ ਵੀ ਗੱਲ ਪੁੱਛਾਂ ਬਈ ਇੱਕ ਲੋਕਲ ਸਾਡੇ ਹਾਲਾਤਾਂ ਦੇ ਮੁਤਾਬਕ ਜਿਸ ਇਲਾਕੇ 'ਚ ਤੁਸੀਂ ਰਹਿੰਦੇ ਹੋ, ਇੱਥੇ ਬੋਲਬਾਲਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ, ਇੱਥੇ ਬੋਲਬਾਲਾ ਰਿਹਾ ਕਾਂਗਰਸ ਦਾ, ਇਹ ਭਾਰਤੀ ਜਨਤਾ ਪਾਰਟੀ, ਕਿਉਂਕਿ ਤੁਹਾਡੇ ਪਿਤਾ ਜੀ ਰਿਟਾਇਰਡ ਹੋਏ ਸੀਗੇ ਪੁਲਿਸ ਦੇ ਵਿੱਚੋਂ ਤੇ ਤੁਸੀਂ ਬਿਜ਼ਨਸਮੈਨ ਸੀਗੇ। ਐਵੀਏਸ਼ਨ ਇੰਡਸਟਰੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੰਡਸਟਰੀ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਪਲੇਨਸ ਹੈਲੀਕਾਪਟਰਸ ਆਪਣੇ ਤੁਹਾਡੇ ਚਲਾਉਂਦੇ ਹੋ, ਤੇ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਦਾ ਵਿਚਾਰ ਕਿਵੇਂ ਕੀਤਾ? ਜਦੋਂ ਮੇਰੇ ਫਾਦਰ ਸਾਹਿਬ ਰਿਟਾਇਰ ਹੋ ਰਹੇ ਸੀ ਜੀ, ਤੇ ਹੀ ਇਜ਼ ਅ ਰਾਈਟਰ, ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈਆਂ, ਉਹਨਾਂ ਨੇ ਪੁਲਿਸ ਦੇ ਵਿੱਚ ਬੜੀ ਕੀ ਪੋਸਟਿੰਗਸ ਜਿਹੜੀਆਂ ਹੋਲਡ ਕੀਤੀਆਂ, ਬਹੁਤ ਵਾਸਟ ਉਹਨਾਂ ਦਾ ਐਕਸਪੀਰੀਅੰਸ ਸੀ। ਸੋ 2012 ਦੇ ਵਿੱਚ ਜਦੋਂ ਉਹਨਾਂ ਨੇ ਰਿਟਾਇਰ ਹੋਏ ਤਾਂ ਉਹਨਾਂ ਦਾ ਮਨ ਸੀ ਕਿ ਮੈਂ ਜੇ ਪੋਲੀਟੀਕਲ ਸਿਸਟਮ, ਕਿਉਂਕਿ ਜਦੋਂ ਇੰਨੀ ਗੁੱਡਵਿਲ ਔਰ ਇੰਨਾ ਨਾਮ ਮੇਰੇ ਫਾਦਰ ਸਾਹਿਬ ਨੇ ਕਮਾਇਆ ਆਪਣੀ ਸਰਵਿਸ ਦੇ ਵਿੱਚ, ਕਦੀ 1 ਵੀ ਰੁਪਏ ਦਾ ਕਰਪਸ਼ਨ ਦਾ ਕੋਈ ਐਲੀਗੇਸ਼ਨ ਨਹੀਂ, ਕਦੋਂ ਉਸ ਵੇਲੇ ਅੱਤਵਾਦ ਦੇ ਟਾਈਮ ਤਾਂ ਬੜੇ ਕੇਸ ਐਸੇ ਅਫਸਰਾਂ ਦੇ ਉੱਤੇ ਹੋਏ ਜਿਹਦੇ ਵਿੱਚ ਨੌਜਵਾਨ ਮਾਰੇ ਗਏ, ਬਟ ਐਸਾ ਕੋਈ ਐਲੀਗੇਸ਼ਨ ਨਹੀਂ ਆਇਆ। ਤੇ ਸਾਡੇ ਤੇ ਉਹਨਾਂ ਦੀ ਰਿਟਾਇਰਮੈਂਟ ਦੇ ਟਾਈਮ ਦੇ ਦੌਰਾਨ ਬਹੁਤ ਅਪਰੋਚਿਸ ਆਉਣ ਲੱਗਿਆ ਵੀ ਤੁਸੀਂ ਕਿਤਾਬਾਂ ਨੇ ਧਰਮ ਦੇ ਥਰੂ ਜਿਹੜਾ ਸਮਾਜ ਸੇਵਾ ਕਰ ਰਹੇ ਹੋ, ਲੋਕਾਂ ਦੇ ਨਾਲ ਸਮਾਜ ਸੇਵਾ ਕਰ ਰਹੇ ਹੋ। ਮੈਨੂੰ ਯਾਦ ਹੈ ਤਰਨਤਾਰਨ ਸਾਹਿਬ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਗੁਰਦੁਆਰਾ ਸਾਹਿਬ ਮੇਰੇ ਫਾਦਰ ਨੇ ਸਟੈਬਲਿਸ਼ ਕੀਤਾ ਜੀ। ਸੋ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਜਿਹੜੀਆਂ ਡਿਊਰਿੰਗ ਹਿਸ ਪ੍ਰੋਫੈਸ਼ਨ ਅਚੀਵਮੈਂਟ ਸੀਗੀਆਂ, ਉਹ ਫਿਰ ਸਾਨੂੰ ਬਹੁਤ ਜ਼ਿਆਦਾ ਪੋਲੀਟੀਕਲ ਪਾਰਟੀਜ਼ ਜਿਹੜੀਆਂ ਅਪਰੋਚ ਕਰਨ ਲੱਗੀਆਂ ਵੀ ਤੁਸੀਂ ਸਾਨੂੰ ਜੁਆਇਨ ਕਰੋ, ਰਿਟਾਇਰ ਹੋਣ ਤੋਂ ਬਾਅਦ ਤੁਸੀਂ ਜੁਆਇਨ ਕਰੋ। ਤੇ ਮੇਰੇ ਫਾਦਰ ਨੇ ਉਸ ਵੇਲੇ ਸੋਚਿਆ ਵੀ ਮੈਂ ਜੇ ਜੁਆਇਨ ਕਰਨਾ ਚਾਹੁੰਦਾ ਤਾਂ ਮੈਂ ਕੋਈ ਸੈਂਟਰ ਦੀ ਪਾਰਟੀ ਜਿਹੜੀ ਹੈਗੀ ਆ ਉਹਦੇ ਵਿੱਚ ਕੰਮ ਕਰਨਾ ਚਾਹੁੰਦਾ, ਕਿਉਂਕਿ ਮੈਂ ਆਪਣੇ ਨੌਲੇਜ ਦੇ ਨਾਲ ਜੇ ਕਿਸੇ ਨੂੰ ਬੈਨੀਫਿਟ ਕਰ ਸਕਾਂ, ਤੇ ਇਹ ਉਹ ਸੋਚਦੇ ਸੀ ਵੀ ਇਹ ਉਹਨਾਂ ਦੀ ਬਹੁਤ ਵੱਡੀ ਲਾਈਫ ਦੇ ਵਿੱਚ ਉਪਲਬਧੀ ਹੋਏਗੀ ਜੀ। ਤਾਂ ਕਰਕੇ ਫਿਰ ਉਹਨਾਂ ਨੇ ਮਨ ਬਣਾਇਆ ਵੀ ਭਾਰਤੀ ਜਨਤਾ ਪਾਰਟੀ ਵਧੀਆ ਜੀ। ਬਿਲਕੁਲ, ਅਸੀਂ ਉਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਇਸ ਕਰਕੇ ਮਨ ਬਣਾਇਆ ਕਿਉਂਕਿ ਦੋ ਹੀ ਪਾਰਟੀਆਂ ਸੀ ਜੀ, ਇੱਕ ਕਾਂਗਰਸ ਸੀ ਔਰ ਇੱਕ ਬੀਜੇਪੀ ਸੀ। ਕਾਂਗਰਸ ਦੇ ਸਾਡਾ ਖੂਨ ਕਦੀ ਜਾਏਗਾ ਨਹੀਂ, ਅਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਵਿਚਾਰ ਰੱਖਦੇ ਹਾਂ, ਉਹਨਾਂ ਦੇ ਅੱਗੇ ਨਮਸਤਨ ਹੁੰਦੇ ਹਾਂ। ਸੋ ਜਿਸ ਕੌਮ ਨੇ, ਜਿਸ ਪਾਰਟੀ ਨੇ ਸਾਡੇ ਕੌਮ ਦੇ ਭਰਾਵਾਂ ਨੂੰ ਸ਼ਹੀਦ ਕੀਤਾ ਹੋਵੇ, ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਮਾਰਿਆ ਹੋਵੇ, ਸਾਡੇ ਦਰਬਾਰ ਸਾਹਿਬ ਦੇ ਉੱਤੇ ਟੈਂਕ ਤੇ ਤੋਪਾਂ ਚਲਾਈਆਂ ਹੋਣ, ਸੋ ਐਸੀ ਪਾਰਟੀ ਦੀ ਆਈਡੀਓਲੋਜੀ ਅਸੀਂ ਜਿਹੜਾ ਹੈਗਾ ਕਦੀ ਵੀ ਸਾਡਾ ਪਰਿਵਾਰ ਜਿਹੜਾ ਹੈ ਉਹ ਫੋਲੋ ਨਹੀਂ ਕਰੇਗਾ, ਨਾ ਹੀ ਅਸੀਂ ਜਿਹੜਾ ਹੈਗਾ ਕਦੀ ਉਸ ਐਸੀ ਪਾਰਟੀ ਦੀ ਕੰਮ ਕਰ ਸਕਦੇ ਸੀਗੇ। ਤਾਂ ਟੋਟਲ ਕੰਟਰਡਿਕਸ਼ਨ ਸੀ ਸਾਡੀ ਫੈਮਿਲੀ ਦੀ ਜੇ ਪਰਸਨੈਲਿਟੀ ਦੇ ਨਾਲ। ਸੋ ਇਸ ਕਰਕੇ ਅਸੀਂ ਫਿਰ ਜਿਹੜਾ ਬੀਜੇਪੀ ਜੁਆਇਨ ਕੀਤੀ। ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੇ ਹਲਕੇ ਦੀ। ਤੁਸੀਂ, ਮੈਂ ਤੁਹਾਨੂੰ ਪਹਿਲੇ ਪ੍ਰੋਗਰਾਮ 'ਚ ਕਿਹਾ ਵੀ ਸੰਭਾਵੀ ਉਮੀਦਵਾਰ ਹੈ ਰੂਪਨਗਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ। ਇਹ ਤੁਹਾਡੀਆਂ ਆਪਣੀਆਂ ਸੇਵਾਵਾਂ ਦੇ ਸਦਕਾ ਟਿਕਟ ਮਿਲਣ ਦੀ ਆਸ ਹੈ ਜਾਂ ਪਿਤਾ ਜੀ ਦੇ ਮੋਢੇ ਤੇ ਬੰਦੂਕ ਚਲਾਈ ਜਾ ਰਹੀ ਹੈ? ਮੈਂ ਇੱਕ ਸ਼ਮੀ ਵੀਰ ਜੀ ਆਪ ਜੀ ਨਾਲ ਬੜਾ ਆਪਣਾ ਜਵਾਨੀ ਦਾ ਇੱਕ ਇੰਸੀਡੈਂਟ ਸ਼ੇਅਰ ਕਰਾਂਗਾ, ਉੱਥੋਂ ਤੁਹਾਨੂੰ ਆਈਡੀਆ ਹੋ ਜਾਏਗਾ ਜੀ ਬਈ ਮੈਂ ਕਿਸ ਤਰ੍ਹਾਂ ਦਾ ਉਮੀਦਵਾਰ ਬਣਿਆ ਹੋਵਾਂਗਾ। ਬਈ 10ਵੀਂ ਦਾ ਮੇਰਾ ਐਗਜ਼ਾਮ ਸੀ ਤੇ ਅੰਮ੍ਰਿਤਸਰ ਦੇ ਵਿੱਚ ਮੈਂ ਪੜ੍ਹਦਾ ਸੀ ਤੇ ਅੰਮ੍ਰਿਤਸਰ ਕੈਂਟ ਦੇ ਵਿੱਚ ਸਾਡਾ ਬੋਰਡ ਐਗਜ਼ਾਮ ਦਾ ਸੈਂਟਰ ਬਣਿਆ। ਸੋ ਮੇਰੇ ਫਾਦਰ ਨੇ ਮੈਨੂੰ ਬੁਲਾਇਆ ਜਿੱਦਣ ਸਾਡੇ ਐਗਜ਼ਾਮ ਸ਼ੁਰੂ ਹੋਣੇ ਸੀ, ਤੇ ਮੈਨੂੰ ਬੁਲਾ ਕੇ ਉਹਨਾਂ ਨੇ ਕਿਹਾ ਬਈ ਤੁਹਾਡੇ ਕਿਸੇ ਦੋਸਤ ਜਿਹਦੇ ਕੋਲ ਮੋਟਰਸਾਈਕਲ ਹੋਵੇ? ਤੇ ਮੈਂ ਉਹਨਾਂ ਨੂੰ ਕਿਹਾ ਜੀ ਹਾਂਜੀ ਮੇਰਾ ਫਰੈਂਡ ਹੈ ਜੀ, ਉਹਦੇ ਕੋਲ ਮੋਟਰਸਾਈਕਲ ਹੈਗਾ ਜੀ। ਤੇ ਫਿਰ ਮੇਰੇ ਫਾਦਰ ਨੇ ਕਿਹਾ ਵੀ ਹੁਣ ਤੁਹਾਨੂੰ ਜਿਪਸੀ ਨਹੀਂ ਮਿਲੇਗੀ ਤੇ ਤੁਸੀਂ ਜਿਹੜਾ ਹੈਗਾ ਆਪ ਜਾ ਕੇ ਉਸ ਆਪਣੇ ਫਰੈਂਡ ਜਿਹੜਾ ਹੈਗਾ ਉਹਦੇ ਮੋਟਰਸਾਈਕਲ ਤੇ ਜਾ ਕੇ ਆਪਣੇ ਐਗਜ਼ਾਮ ਦੇ ਕੇ ਆਓ ਜੀ, ਬਿਕੋਜ਼ ਮੈਂ ਨਹੀਂ ਚਾਹੁੰਦਾ ਵੀ ਉੱਥੇ ਕਿਸੇ ਤਰੀਕੇ ਦਾ ਵੀ ਇਹ ਇਨਫਲੂਐਂਸ ਹੋਵੇ ਵੀ ਇਹ ਐਸਐਸਪੀ ਦਾ ਬੇਟਾ। ਮੈਂ ਤੇਰੇ ਮਿਹਨਤ ਦੇ 33 ਨੰਬਰਾਂ ਨਾਲੋਂ ਆਈ ਵਿਲ ਬੀ ਹੈਪੀ, ਮੈਨੂੰ ਬੜੀ ਖੁਸ਼ੀ ਹੋਊਗੀ ਇੰਸਟੈਡ ਕਿ ਮੈਂ ਉਹ ਕਿਸੇ ਨੂੰ ਫੋਨ ਕਰਾਂ ਜਾਂ ਦੂਸਰੇ ਮੀਨਸ ਦੇ ਨਾਲ ਤੇਰੀ ਜਿਹੜੀ ਹੈਗੀ ਆ ਨੰਬਰ ਵਧਾਉਣ ਦੇ ਵਿੱਚ ਤੇਰੀ ਮਦਦ ਕਰਾਂ। ਸੋ ਇਸ ਤਰ੍ਹਾਂ ਦੇ ਜੀਵਨ ਤੋਂ, ਇਸ ਤਰ੍ਹਾਂ ਦੇ ਬਚਪਨ ਤੋਂ ਮੈਂ ਨਿਕਲਿਆ ਜੀ। 13 ਸਾਲ ਦਾ ਸੀ ਜੀ ਮੈਂ ਜਦੋਂ ਆਪਣੇ ਨਾਨਕੇ ਦੀ ਜ਼ਮੀਨ ਦੇ ਉੱਤੇ ਵਾਢੀ ਕਰਾਉਣ ਜਾਂਦਾ ਸੀ ਜੀ, ਔਰ ਮੈਨੂੰ ਯਾਦ ਹੈ ਹਾਲੇ ਤੱਕ ਵੀ ਉਹ ਜ਼ਮੀਨ ਤੇ ਜਾਣ ਦੇ ਵਿੱਚ ਚੋਅ ਹੁੰਦੇ ਸੀ। ਤਾਂ ਜਦੋਂ ਬਾਰਿਸ਼ ਪੈ ਜਾਣੀ ਤੇ ਫਿਰ ਅਸੀਂ ਆਪਣੀਆਂ ਪੈਂਟਾਂ ਲਾ ਕੇ ਤੇ ਮੋਢੇ ਤੇ ਰੱਖ ਲੈਣੀਆਂ ਜੀ, ਤੇ ਫਿਰ ਉਹ ਟਰੈਕਟਰ ਤੇ ਬਹਿ ਕੇ ਜਿਹੜਾ ਹੈਗਾ ਉਹ ਵਾਢੀ ਕਰਨ ਜਾਣੀ, ਫਿਰ ਉੱਥੋਂ ਕਣਕ ਵੱਢਣੀ,
ਵੱਢ ਕੇ ਬੋਰੀਆਂ 'ਚ ਪਾਉਣੀ, ਫਿਰ ਉਹਨੂੰ ਜਾ ਕੇ ਆੜਤੀ ਕੋ ਵੇਚ ਕੇ ਆਉਣਾ, ਫਿਰ ਉਹ ਜਿਹੜਾ ਹੈਗਾ ਉਹ ਮੈਂ ਆਪਣਾ ਜਿਹੜੀ ਹੈਗੀ ਆ ਚੈੱਕ ਲੈ ਕੇ ਆਉਣਾ ਵੀ ਮੈਂ ਇਹ ਕਰਕੇ ਆਇਆ। ਔਰ ਅੱਤਵਾਦ ਬੜਾ ਸਿਖਰ ਤੇ ਸੀ ਜੀ। 1993 ਦੀ ਗੱਲਾਂ ਇਹ, 93 94 ਦੀਆਂ। ਜੀ। ਤੇ ਮੇਰੇ ਨਾਲ ਉਸ ਵੇਲੇ ਘੱਟੋ ਘੱਟ 15-20 ਗਨਮੈਨ ਹੁੰਦੇ ਸੀ, ਤੇ ਮੈਂ ਫਾਦਰ ਸਾਹਿਬ ਨੂੰ ਹੱਸਦਾ ਸੀਗਾ ਵੀ ਮੈਂ ਜਾਣਾ ਤੇ ਕਣਕ ਵੱਢਣਾ 15-20 ਗਨਮੈਨ ਲੈ ਕੇ। ਬਟ ਦਿਸ ਇਜ਼ ਹਾਊ ਵੀ ਹੈਵ ਬੀਨ ਟ੍ਰੇਨਡ, ਦਿਸ ਇਜ਼ ਹਾਊ ਆਰ ਫੈਮਿਲੀ ਹੈਜ਼ ਬੀਨ ਟ੍ਰੇਨਡ। ਸਾਡੇ ਬੱਚੇ, ਮੇਰੀ ਔਰ ਮੇਰੀ ਸਿਸਟਰ ਵੀ, ਜਿਹੜੀ ਸਾਨੂੰ ਦੋਵਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਮਿਲੀ ਹੈ। ਉਸ ਤੋਂ ਅੱਗੇ ਜਿਹੜਾ ਹੈਗਾ ਆ, ਹੁਣ ਪੋਲੀਟੀਕਲੀ ਜੇ ਆਪਾਂ ਗੱਲ ਕਰੀਏ ਤੇ ਮੈਨੂੰ ਮੈਂ ਬੜੀ ਦਾਅਵੇ ਨਾਲ ਕਹਿ ਸਕਦਾ ਕਿ ਜੇ ਕਿਤੇ ਮੇਰੇ ਫਾਦਰ ਤੋਂ ਸ਼ਾਇਦ ਕੋਈ ਓਪੀਨੀਅਨ ਪੁੱਛਿਆ ਜਾਵੇ ਇਸ ਸੀਟ ਬਾਰੇ ਤੇ ਉਹ ਮੇਰਾ ਨਾਮ ਨਹੀਂ ਲੈਣਗੇ। ਹੀ ਵਿਲ ਆਲਵੇਜ਼ ਵਾਊਚ ਕਿ ਵੀ ਜਿਹੜਾ ਬੰਦਾ ਕੋਈ ਡਿਜ਼ਰਵਿੰਗ ਹੈਗਾ ਉਹਨੂੰ ਦਿੱਤੀ ਜਾਵੇ। ਤੁਹਾਨੂੰ ਮੈਂ ਦੱਸਦਾ ਕਿ 10 ਤਰੀਕ ਨੂੰ ਹੀ ਮੈਂ ਲਾਲਪੁਰਾ ਸਾਹਿਬ ਨੂੰ ਪੁੱਛਿਆ ਸੀਗਾ ਵੀ ਕੈਂਡੀਡੇਟ ਕਿਹੜਾ ਬਣ ਸਕਦਾ। ਉਹ ਕਹਿੰਦੇ ਵੀ ਕਿਹੜਾ ਵੀ ਬਣਾਵੇ, ਲੇਕਿਨ ਮੈਂ ਆਪਣੇ ਬੇਟੇ ਤੱਕ ਦੀ ਸਿਫਾਰਿਸ਼ ਨਹੀਂ ਕੀਤੀ ਕਿ ਮੇਰੇ ਬੇਟੇ ਨੂੰ ਜਿਹੜਾ ਹੈ ਉਹ ਰੋਪੜ ਨਗਰ ਹਲਕੇ ਤੋਂ ਕੈਂਡੀਡੇਟ ਬਣਾਇਆ ਜਾਵੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੇ ਤੁਹਾਡੀ ਸਿਫਾਰਿਸ਼ ਨਹੀਂ ਕੀਤੀ, ਇਹਦਾ ਗਵਾਹ ਮੈਂ ਹੈਗਾ, ਕਿਉਂਕਿ ਮੈਂ ਖੁਦ ਪੁੱਛਿਆ ਸੀ ਉਹਨਾਂ ਨੂੰ। ਹਲੇ 10 ਤਰੀਕ ਦੀ ਗੱਲ ਹੈ, ਮੈਨੂੰ ਮਿਲਿਆ ਸੀ। ਲੇਕਿਨ ਇੱਕ ਚੀਜ਼ ਹੋਰ ਵੀ ਤੁਸੀਂ ਹਲਕੇ ਦੇ ਨਾਲ ਜੁੜੇ ਹੋਏ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਲਕੇ ਦੇ ਉੱਤੇ ਮੈਂ ਪਹਿਲਾਂ ਹੀ ਕਿਹਾ ਵੀ ਜਾਂ ਕਾਂਗਰਸ ਰਾਜ ਕਰਦੀ ਰਹੀ ਹੈ ਜਾਂ ਅਕਾਲੀ ਦਲ ਰਾਜ ਕਰਦਾ ਰਿਹਾ, ਜਿਹੜਾ ਬੀਜੇਪੀ ਨਾਲ ਅਲਾਇੰਸ ਸੀਗਾ। ਇਸ ਵਾਰ ਉੱਥੇ ਲਗਾਤਾਰ 5 ਸਾਲ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਆ। ਸਮੱਸਿਆਵਾਂ ਜਿਉਂਦੀਆਂ ਤਿਉਂ ਨੇ। ਅਗਰ ਰੂਪਨਗਰ ਨੂੰ ਨਾਂ ਤਾਂ ਦੇ ਦਿੱਤਾ ਰੋਪੜ ਨੂੰ ਰੂਪਨਗਰ, ਲੇਕਿਨ ਹਾਲਾਤ ਉਹਦੇ ਕਰੂਪਨਗਰ ਵਰਗੇ ਹੀ ਨੇ। ਅੱਜ ਰੋਪੜ ਵੀ ਉੱਥੇ ਹੈਗਾ ਹੈ। ਬਾਕੀ ਦੀਆਂ ਸਮੱਸਿਆਵਾਂ ਤੁਹਾਡੇ ਦਿਮਾਗ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਵੀ ਮੈਂ ਇਸ ਹਲਕੇ ਦੀਆਂ ਸਮੱਸਿਆਵਾਂ ਨੂੰ ਅੱਗੇ ਲੈ ਕੇ ਜਾਵਾਂਗਾ, ਇਹਨਾਂ ਦਾ ਹੱਲ ਕਰਾਵਾਂਗਾ? ਵੀਰ ਜੀ, ਤੁਸੀਂ ਬਹੁਤ ਵਧੀਆ ਸ਼ਬਦ ਇਸ ਕੁਐਸਚਨ ਤੋਂ ਪੁੱਛਿਆ ਵੀ ਚਾਹੇ ਉਹ ਕਾਂਗਰਸ ਰਹੀ ਹੈ, ਚਾਹੇ ਅਕਾਲੀ ਦਲ ਰਹੀ ਹੈ, ਉਹਨਾਂ ਲੀਡਰਾਂ ਨੇ ਰਾਜ ਕੀਤਾ ਜੀ। ਪੋਲਿਟਿਕਸ ਰਾਜ ਨਹੀਂ ਹੈ ਜੀ, ਪੋਲਿਟਿਕਸ ਸੇਵਾ ਹੈ ਜੀ। ਔਰ ਜੇ ਤੁਹਾਡੀ ਭਾਵਨਾ ਸਿਰਫ ਰਾਜ ਵਾਲੀ ਹੈ ਤੇ ਫਿਰ ਤੁਸੀਂ ਜਿਹੜਾ ਹੈਗਾ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੱਲ ਨਹੀਂ ਕਰਾ ਸਕਦੇ। ਸਾਡਾ ਇੱਕ ਬਹੁਤ ਵੱਡਾ ਇਸ਼ੂ ਰਿਹਾ ਜੀ ਰੋਪੜ ਵਿਧਾਨ ਸਭਾ ਦਾ ਕਿ ਸਾਨੂੰ ਸੰਤ ਜੀਤ ਸਿੰਘ ਤੋਂ ਬਾਅਦ ਜਿਹੜੇ ਵੀ ਕੈਂਡੀਡੇਟ ਮਿਲੇ ਨੇ ਉਹ ਬਾਹਰਲੇ ਕੈਂਡੀਡੇਟ ਮਿਲੇ ਨੇ ਜੀ। ਬਾਹਰਲਾ ਕੈਂਡੀਡੇਟ ਜਿਹੜਾ ਉਹ ਲੋਕਲ ਇਸ਼ੂਜ਼ ਦੇ ਲਈ ਜ਼ਿਆਦਾ ਕਨਵਰਸੈਂਟ ਨਹੀਂ ਹੋ ਸਕਦਾ, ਜ਼ਿਆਦਾ ਜਾਣੂ ਨਹੀਂ ਹੋ ਸਕਦਾ। ਜਿੰਨੀ ਕੀ ਇਨਫੋਰਮੇਸ਼ਨ ਉਹਦੇ ਕੋਲ ਆਉਂਦੀ ਹੈ ਉਸ ਹਿਸਾਬ ਨਾਲ ਉਹ ਰਿਐਕਟ ਕਰਦਾ। ਇਸ ਕਰਕੇ ਤੁਸੀਂ ਇਹ ਦੇਖੋ ਵੀ ਸਾਡਾ ਜਿਹੜਾ ਰੋਪੜ ਵਿਧਾਨ ਸਭਾ ਹੈ, ਹਾਲੇ ਕਿ ਉੱਥੇ ਮਤਲਬ ਮਿਨਿਸਟਰ ਵੀ ਰਹੇ ਨੇ। ਤੁਸੀਂ ਆਲਮ ਦੇਖ ਲਓ ਸਕੂਲਾਂ ਦਾ, ਐਜੂਕੇਸ਼ਨ ਮਿਨਿਸਟਰ ਸਾਡੇ ਰਿਹਾ, ਪਰ ਸਕੂਲਾਂ ਦਾ ਆਲਮ ਤੁਸੀਂ ਦੇਖ ਕੇ ਤੁਹਾਨੂੰ ਜਿਹੜਾ ਬੜਾ ਦੁੱਖ ਲੱਗਦਾ। ਅੱਜ ਵੀ ਟਾਈਮ ਦੇ ਉੱਤੇ ਜੇ ਕਾਂਗਰਸੀ ਆਪਾਂ ਗਵਰਨਮੈਂਟ ਦੀ ਗੱਲ ਕਰੀਏ ਤਾਂ ਤੁਸੀਂ ਇਹ ਦੇਖ ਲਓ ਵੀ ਜਿਹੜਾ ਹੈਗਾ ਆ ਇਸ ਵੇਲੇ ਬੜੀ ਪ੍ਰੋਮੀਨੈਂਟ ਪਰਸਨੈਲਿਟੀ ਕਾਂਗਰਸ ਦੀ, ਜਿਹੜੀ ਕਿ ਜਿਹਨੂੰ ਆਪਾਂ ਕਹਿੰਦੇ ਕਾਂਗਰਸ ਸ਼ਰੀਰ, ਪੰਜਾਬ ਦੀ ਕਾਂਗਰਸ ਸ਼ਰੀਰ ਦਾ ਦਿਲ ਹੈ ਯੂਥ, ਉਹਨਾਂ ਦਾ ਜਿਹੜਾ ਹੈਗਾ ਰਸੂਖ ਚੱਲ ਰਿਹਾ। ਬਟ ਨਾ ਤਾਂ ਕੋਈ ਯੂਥ ਬਾਰੇ ਕੋਈ ਕੰਮ ਹਾਲੇ ਤੱਕ ਸਾਡੇ ਕੌਂਸਟੀਚੁਐਂਸੀ ਦੇ ਵਿੱਚ ਮੈਂ ਤਾਂ ਕੋਈ ਦੇਖਿਆ ਨਹੀਂ ਜੀ ਐਸਾ ਹੋਇਆ। ਠੀਕ ਹੈ। ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹਦੇ ਵਿੱਚ ਇਹ ਪਾਰਟੀਆਂ ਕਲੇਮ ਕਰ ਸਕਦੀਆਂ ਵੀ ਅਸੀਂ ਜੀ ਆਹ ਬੜਾ ਕੰਮ ਕਰਵਾ ਕੇ ਦਿੱਤਾ। ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਡਿਮਾਂਡ ਸੀ ਜੀ ਸਰਾਬ ਪੱਤਨ ਦੇ ਪੁਲ ਦੀ, ਉਹ ਸੰਤ ਜੀਤ ਸਿੰਘ ਕਰਵਾ ਕੇ ਗਏ ਜੀ। ਉਸ ਤੋਂ ਬਾਅਦ ਨੂਰਪੁਰ ਬੇਦੀ ਦੇ ਵਿੱਚ 66 ਕੇਵੀ ਦਾ ਸੀਗਾ, ਉਹ ਸੰਤ ਜੀਤ ਸਿੰਘ ਕਰਵਾ ਕੇ ਗਏ। ਉਸ ਤੋਂ ਬਾਅਦ ਜਿੰਨਾ ਵੀ ਲੀਡਰਸ਼ਿਪ ਆਈ ਹੈ ਉਹਨੇ ਕਿਸੇ ਨੇ ਵੀ ਜਿਹੜਾ ਹੈਗਾ ਕੋਈ ਇਸ਼ੂ ਨਹੀਂ। ਸਾਡੇ ਕੋਲ ਹਸਪੀਟਲਸ ਨਹੀਂ ਹੈਗੇ, ਸਕੂਲਸ ਜਿਹੜੇ ਹੈਗੇ ਨੇ ਜੀ ਉਹਨਾਂ ਦੇ ਵਿੱਚ ਟੀਚਰਸ ਨਹੀਂ ਹੈਗੇ, ਇਨਫਰਾਸਟ੍ਰਕਚਰ ਦਾ ਬੁਰਾ ਹਾਲ ਹੈ ਜੀ। ਮੈਂ ਤੁਹਾਨੂੰ ਦੱਸਾਂ ਵੀ ਮੈਂ ਜਦੋਂ ਕਰੋਨਾ, ਮੈਨੂੰ ਖੁਦ ਕਰੋਨਾ ਹੋ ਗਿਆ ਸੀਗਾ ਜੀ ਲਾਸਟ ਈਅਰ, ਫਿਰ ਜਦੋਂ ਮੈਂ ਵਾਪਸ ਆਇਆ ਤੇ ਮੈਂ ਇੱਥੇ ਦੇਖਿਆ ਵੀ ਬਹੁਤ ਆਕਸੀਜਨ ਦੀ ਬੜੀ ਕਮੀ ਹੋ ਗਈ ਸੀ ਉਸ ਵੇਲੇ। ਬਿਲਕੁਲ। ਤੇ ਮੈਨੂੰ ਲੱਗਾ ਵੀ ਯਾਰ ਇਟ ਇਜ਼ ਮਾਈ ਮੋਰਲ ਡਿਊਟੀ ਕਿ ਮੈਨੂੰ ਵਾਹਿਗੁਰੂ ਨੇ ਸਵਾਸਾਂ ਦੀ ਬਖਸ਼ਿਸ਼ ਕੀਤੀ ਹੈ, ਆਈ ਕੈਨ ਸਰਵ ਮਾਈ ਪੀਪਲ, ਮੈਂ ਲੋਕਾਂ ਦੀ ਸੇਵਾ ਕਰਾਂ। ਸੋ ਮੈਨੂੰ ਯਾਦ ਹੈ ਮੈਂ ਜਦੋਂ ਆਪਣੇ ਰੋਪੜ ਹਸਪੀਟਲ ਗਿਆ ਤੇ ਮੈਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਬਈ ਉੱਥੇ ਜਿਹੜੇ ਹੈਗੇ ਆ, ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਦੱਸੋ ਵੀ ਮੇਰੀ ਸੰਸਥਾ ਤੁਹਾਡੀ ਕੀ ਸੇਵਾ ਕਰ ਸਕਦੀ ਹੈ, ਤਾਂ ਦੇ ਨੈਵਰ ਹੈਡ ਸਟ੍ਰੈਚਰਸ, ਉੱਥੇ ਸਟ੍ਰੈਚਰ ਹੀ ਨਹੀਂ ਸੀ। ਫਿਰ ਮੈਂ ਆਪਣੀ ਸੰਸਥਾ ਵੱਲੋਂ ਉਸ ਵੇਲੇ ਸਟ੍ਰੈਚਰ ਦਿੱਤੇ। ਸੋ ਤੁਸੀਂ ਡਿਵੈਲਪਮੈਂਟ ਦੀ ਗੱਲ ਤਾਂ ਆਪਾਂ ਕੀ ਕਰਨੀ ਆ ਸਰ, ਤੁਸੀਂ ਇਹ ਦੇਖੋ ਕਿ ਜਿੰਨਾ ਐਮਰਜੈਂਸੀ ਹਾਲਾਤਾਂ ਦੇ ਵਿੱਚ ਜੇ ਸਟ੍ਰੈਚਰਸ ਹੀ ਹੈ ਨਹੀਂ ਤੇ ਫਿਰ ਉੱਥੇ ਡਿਵੈਲਪਮੈਂਟ ਵਾਲਾ ਤਾਂ ਸਵਾਲ ਹੀ। ਮੁੱਢਲੀਆਂ ਸਹੂਲਤਾਂ ਤੋਂ ਹੀ ਹਾਲੇ ਤੱਕ ਅਸੀਂ ਵਾਂਝੇ ਹੈਗੇ। ਬਿਲਕੁਲ ਵਾਂਝੇ ਰਹਿ ਗਏ ਜੀ। ਮੈਂ ਪਿੱਛੇ ਗਿਆ ਸੀਗਾ, ਬੜਾ ਦੁੱਖ ਹੋਇਆ ਸੁਣ ਕੇ, ਸਾਡੇ ਕਾਨਪੁਰ ਖੂਹੀ ਤੋਂ ਸਪਾਲਮਾ ਵੱਲ ਨੂੰ ਜਦੋਂ ਸੜਕ ਜਾਂਦੀ ਹੈ, ਮੈਂ ਉੱਥੇ ਪਿੰਡਾਂ ਦੇ ਵਿੱਚ ਮਿਲਿਆ ਲੋਕਾਂ ਨੂੰ, ਮੈਨੂੰ ਦੁੱਖ ਹੋਇਆ ਬਹੁਤ ਇਹ ਜਾਣ ਕੇ
ਕਿ ਪਿਛਲੇ 1.5-2 ਸਾਲਾਂ ਦੇ ਵਿੱਚ ਜਿਹੜਾ ਹੈ ਅਪਰੋਕਸੀਮੇਟਲੀ 6 ਬੱਚੇ ਨਵਜੰਮੇ ਬੱਚਿਆਂ ਦੀ ਡੈਥ ਹੋ ਗਈ ਬਿਕੋਜ਼ ਦੇ ਐਟ ਦ ਟਾਈਮ ਆਫ ਡਿਲੀਵਰੀ ਦੇ ਕੁਡ ਨਾਟ ਰੀਚ ਦੀ ਹਸਪੀਟਲ। 4 ਸਾਡੀ ਭਾਬੀਆਂ ਦੀ ਡੈਥ ਹੋ ਗਈ ਜਸਟ ਬਿਕੋਜ਼ ਕਿ ਵੀ ਜਦੋਂ ਡਿਲੀਵਰੀ ਟਾਈਮ ਸੀਗਾ ਉਹ ਹਸਪੀਟਲ ਨਹੀਂ ਪਹੁੰਚ ਸਕੇ। ਸੋ ਐਸੇ ਇਸ਼ੂਜ਼ ਜਿਹੜੇ ਆ ਜਿਹੜੇ ਸਾਡੇ ਡੇ ਟੂ ਡੇ ਲਾਈਫ ਦੇ ਵਿੱਚ ਅਹਿਮੀਅਤ ਰੱਖਦੇ ਆ, ਉਹਨਾਂ ਇਸ਼ੂਜ਼ ਤੇ ਤਾਂ ਕੰਮ ਹੀ ਨਹੀਂ ਹੋਇਆ ਹੈਗਾ। ਉਹ ਕੰਮ ਕਰਵਾਓਗੇ ਮਤਲਬ ਹੁਣ ਬਿਲਕੁਲ ਕਰਾਵਾਂਗੇ ਜੀ। ਮੇਰਾ ਆਪਣਾ ਇਲਾਕਾ ਹੈ, ਮੇਰੇ ਨਾਲੋਂ ਜ਼ਿਆਦਾ ਕੋਈ ਆਪਣੇ ਇਲਾਕੇ 'ਚ ਵਿਚਰਿਆ ਨਹੀਂ ਹੈਗਾ। ਮੈਂ ਬੜਾ ਮਾਣ ਦੇ ਨਾਲ ਕਹਿ ਸਕਦਾ ਆ ਕਰੋਨਾ ਦੇ ਵਿੱਚ ਮੈਂ 250 ਪਿੰਡ ਜਿਹੜੇ ਸੈਨੀਟਾਈਜ਼ ਕਰਾਏ, ਰੋਪੜ ਸ਼ਹਿਰ ਦਾ ਮਹੱਲਾ ਸੈਨੀਟਾਈਜ਼ ਕਰਾਇਆ। ਨਾਟ ਓਨਲੀ ਦੈਟ, ਕੁਝ ਐਸੇ ਵਿਲੇजेस ਸੀ ਜਿਨ੍ਹਾਂ ਵਿੱਚ ਜਦੋਂ ਕੇਸਿਸ ਬਹੁਤ ਹਾਈ ਆਏ ਤੇ ਮੈਂ ਉਹ ਸਾਰੇ ਪਿੰਡ ਜਿਹੜੇ 2-2 ਵਾਰ ਸੈਨੀਟਾਈਜ਼ ਕਰਾਏ। ਸੋ ਮੇਰੇ ਹਿਸਾਬ ਨਾਲ ਮੇਰੇ ਨਾਲੋਂ ਜ਼ਿਆਦਾ ਇਸ ਮਿੱਟੀ ਨਾਲ ਜੁੜਿਆ ਸ਼ਾਇਦ ਕੋਈ ਇਨਸਾਨ ਨਹੀਂ ਹੋ ਸਕਦਾ। ਮੈਨੂੰ ਤੇ ਮਹੱਲੇ ਦੀ ਜਿਹੜੀ ਹੈਗੀ ਹੈ ਮੈਂ ਕਹਿ ਸਕਦਾ ਵੀ ਆਈ ਐਮ ਪ੍ਰਾਊਡ ਕਿ ਵੀ ਮੈਨੂੰ ਮਹੱਲੇ ਦੀ ਵੀ ਜਿਹੜੀ ਨਬਜ਼ ਹੈ ਉਹਦਾ ਆਈਡੀਆ ਹੈਗਾ ਵੀ ਇੱਥੇ ਇਹ ਕਮੀ ਹੈ, ਇੱਥੇ ਆ ਹੈਗੀ ਹੈ। ਸੋ ਮੇਰਾ ਮਿਸ਼ਨ ਜਿਹੜਾ ਹੈ ਸਰ ਉਹ ਕੋਈ ਰਾਜ ਕਰਨਾ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਮੈਂ ਆਪ ਜੀ ਦੇ ਧਿਆਨ 'ਚ ਵੀ ਲੈ ਕੇ ਆਉਣਾ ਚਾਹੁੰਦਾ। ਸ਼ਾਇਦ ਸਾਡਾ ਪਰਿਵਾਰ ਪੰਜਾਬ ਦੇ ਕੁਝ ਚੰਦ ਪਰਿਵਾਰਾਂ 2-3 ਪਰਿਵਾਰਾਂ ਦੇ ਵਿੱਚੋਂ ਹੀ ਹੈ ਜਿਨ੍ਹਾਂ ਕੋ ਆਪਣੇ ਹੈਲੀਕਾਪਟਰ ਨੇ, ਆਪਣੇ ਜਹਾਜ਼ ਨੇ। ਫਾਦਰ ਸਾਹਿਬ ਬਾਰੇ ਵੀ ਤੁਸੀਂ ਦੱਸਿਆ। ਸੋ ਜੇ ਮੈਨੂੰ ਪੈਸਾ ਹੀ ਕਮਾਉਣਾ ਹੈ ਜਾਂ ਤਾਕਤ ਦਾ ਆਨੰਦ ਹੀ ਲੈਣਾ ਤੇ ਉਹ ਤੇ ਮੇਰੇ ਕੋਲ ਆਲਰੇਡੀ ਘਰ ਦੇ ਵਿੱਚ ਹੈਗੀਆਂ। ਉਹਦੇ ਲਈ ਮੈਨੂੰ ਥੱਲੇ ਪਿੰਡ ਜਾਂ ਲੋਕਾਂ ਦੇ ਨਾਲ ਬੈਠ ਕੇ ਵਿਚਾਰ ਸੁਣਨੇ ਜਾਂ ਉਹਨਾਂ ਤੋਂ ਸਮਝਣ ਦੀ ਲੋੜ ਨਹੀਂ। ਸੋ ਇਸ ਕਰਕੇ ਮੇਰਾ ਜਿਹੜਾ ਇਹ ਜੀਵਨ ਸ਼ੁਰੂ ਹੋ ਰਿਹਾ ਹੁੰਦਾ ਆਲਰੇਡੀ ਸਟਾਰਟਡ ਹੈ 2006 ਤੋਂ। ਸੋ ਮੇਰੇ ਲਈ ਕੋਈ ਨਵੀਂ ਚੇਂਜ ਨਹੀਂ। ਜੇ ਕੱਲ ਨੂੰ ਮੈਂ ਕੈਂਡੀਡੇਟ ਬਣ ਕੇ ਵੀ ਆਉਣਾ, ਮੈਂ ਸੋਸ਼ਲ ਸਰਵਿਸ ਹੀ ਕੀਤੀ ਹੈ ਪਿਛਲੇ 15 ਸਾਲ ਤੋਂ ਤੇ ਗਾਂ ਵੀ ਸੋਸ਼ਲ ਸਰਵਿਸ ਹੀ ਜਿਹੜਾ ਹੈਗਾ ਕੰਟੀਨਿਊ ਰੱਖੋ। ਅਜਿਹੇ ਮੌਕੇ ਤੇ ਭਾਵੇਂ ਕਿ ਇੱਕ ਗੱਲ ਕਰਾਂ ਮੈਂ ਤੁਹਾਡੇ ਨਾਲ ਬਈ ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਵਾਪਸ ਲੈ ਲਿਆ, ਖਤਮ ਹੋ ਗਿਆ ਕਿਸਾਨੀ ਅੰਦੋਲਨ, ਲੇਕਿਨ ਇਸ ਦੇ ਬਾਵਜੂਦ ਅੱਜ ਵੀ ਕਿਹਾ ਜਾਂਦਾ ਵੀ ਕਿਸਾਨਾਂ ਦੇ ਮਨਾਂ 'ਚ ਰੋਹ ਹੈਗਾ ਹੈ। ਤੁਹਾਡਾ ਏਰੀਆ ਸਿੱਖ ਡੋਮੀਨੇਟਡ ਹੈ, ਜੱਟ ਡੋਮੀਨੇਟਡ ਹੈ, ਤੁਹਾਡੇ 'ਚ ਦੋਨੇ ਕੁਆਲਿਟੀਆਂ ਹੈ, ਸਿੱਖ ਵੀ ਹੋ ਜੱਟ ਵੀ ਹੋ, ਇਹ ਚੀਜ਼ਾਂ ਹੈਗੀਆਂ। ਲੇਕਿਨ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਤੁਸੀਂ ਕਿੰਨਾ ਕੁ ਸਮਝਦੇ ਹੋ ਵੀ ਹਲਕੇ ਦੇ ਵਿੱਚ ਹੋ ਸਕਦਾ ਹੈ ਤੇ ਤੁਸੀਂ ਉਹਨੂੰ ਪਾਰ ਪਾ ਸਕਦੇ ਹੋ? ਦੇਖੋ ਵੀਰ ਜੀ, ਜਿੱਥੇ ਤੱਕ ਵਿਰੋਧਤਾ ਦੀ ਗੱਲ ਕਰੀਏ, ਮੈਂ ਤੇ ਇਹੀ ਗੱਲ ਕਹੂੰਗਾ ਵੀ ਜੋ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੀਤਾ ਜੀ ਉਹ ਸ਼ਾਇਦ ਉਮੀਦ ਤੋਂ ਬਾਹਰ ਸੀ, ਕਿਉਂਕਿ ਇੱਕ ਇੰਨੇ ਪਾਵਰਫੁਲ ਪ੍ਰਾਈਮ ਮਿਨਿਸਟਰ ਔਰ ਪਪੂਲਰ ਪ੍ਰਾਈਮ ਮਿਨਿਸਟਰ ਦਾ ਆ ਕੇ ਮਾਫੀ ਮੰਗ ਕੇ ਜਿਹੜਾ ਹੈਗਾ ਲੋਕਾਂ ਸਾਹਮਣੇ ਆ, ਭਾਈਚਾਰੇ ਸਾਹਮਣੇ ਕਿ ਬਈ ਮੈਨੂੰ ਜਿਹੜਾ ਹੈਗਾ ਮੈਂ ਭਾਈਚਾਰਕ ਸਾਂਝ ਦੇ ਲਈ ਇਹਨੂੰ ਵਿਡਰੋਲ ਕਰਦਾ। ਆਈ ਥਿੰਕ ਇਟਸ ਐਨ ਐਗਜ਼ਾਮਪਲ, ਹਿਸਟਰੀ ਦੇ ਵਿੱਚ ਪਹਿਲਾ ਐਗਜ਼ਾਮਪਲ ਹੈ। ਮੈਂ ਤਾਂ ਕਈਆਂ ਨੂੰ ਪੁੱਛਦਾ ਹੁੰਦਾ ਵੀ ਜਦੋਂ ਸਾਡੇ ਸਿੱਖ ਭਾਈਚਾਰੇ ਤੇ ਅਟੈਕ ਹੋਇਆ 1984 ਦੇ ਵਿੱਚ, ਜਦੋਂ ਸਾਡੇ ਕਤਲੇਆਮ ਹੋਇਆ, ਮੈਂ ਅੱਜ ਤੱਕ ਕੋਈ ਲੀਡਰ ਐਸਾ ਨਹੀਂ ਦੇਖਿਆ ਜਿਹਨੇ ਆ ਕੇ ਇਹ ਹੱਥ ਜੋੜ ਕੇ ਮਾਫੀ ਮੰਗੀ ਹੋਵੇ ਵੀ ਸਾਡੇ ਤੋਂ ਗਲਤੀ ਹੋਈ ਹੈ। 2015 ਤੋਂ ਬੇਅਦਬੀ ਦੇ ਮੁੱਦੇ ਜਿਹੜੇ ਹੈਗੇ ਆ ਉਹ ਲਗਾਤਾਰ ਚੱਲ ਰਹੇ ਆ। ਅੱਜ ਤੱਕ ਵੀ ਜਿਹੜਾ ਮੈਂ ਕੋਈ ਲੀਡਰ ਨਹੀਂ ਦੇਖਿਆ ਜਿਹਨੇ ਹੱਥ ਖੜ ਕੇ ਇਹ ਕਿਹਾ ਹੋਵੇ ਵੀ ਚਲੋ ਸਾਨੂੰ ਮਾਫ ਕਰ ਦਿਓ। ਠੀਕ ਹੈ ਜੀ, ਭਾਈਚਾਰਕ ਸਾਂਝ ਲਈ ਅਸੀਂ ਜਿਹੜਾ ਮਾਫੀ ਮੰਗਦੇ ਹਾਂ। ਸਿਰਫ ਇੱਕ ਦੂਜੇ ਤੇ ਐਲੀਗੇਸ਼ਨ ਚੱਲ ਰਹੇ ਆ। ਬਾਈਬਲ ਕਲਾਂ ਦੇ ਵਿੱਚ ਜਿਹੜੇ ਹੈਗੇ ਆ ਸਾਡਾ ਸਿੱਖ ਭਾਈਚਾਰਾ ਨਿਹੱਥਾ ਪਾਠ ਕਰ ਰਿਹਾ ਸੀ, ਬਿਲਕੁਲ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ, ਫਿਰ ਨਜਾਇਜ਼ ਪਰਚੇ ਜਿਹੜੇ ਆ ਉਹਨਾਂ ਬੰਦਿਆਂ ਦੇ ਦਿੱਤੇ ਗਏ। ਤੁਸੀਂ ਮੈਨੂੰ ਇੱਕ ਵੀ ਲੀਡਰ ਦੱਸ ਦਿਓ ਜਿਹਨੇ ਅੱਜ ਤੱਕ ਹੱਥ ਖੜਾ ਕਰਕੇ ਮਾਫੀ ਮੰਗੀ ਹੋਵੇ ਕਿ ਬਈ ਮੈਨੂੰ ਮਾਫ ਕਰ ਦਿਓ, ਇਹ ਇਨਸੀਡੈਂਟਸ ਜਿਹੜੇ ਹੈਗੇ ਹੋਏ ਨੇ ਜੀ। ਸੋ ਜਿਹੜਾ ਇਨਸਾਨ ਜਿਹਨੇ ਇੱਕ ਹੰਬਲਨੈਸ ਦਾ ਐਗਜ਼ਾਮਪਲ ਦਿੱਤਾ, ਠੀਕ ਹੈ ਜੀ, ਜਿਹਨੇ ਆਲਰੇਡੀ ਪੰਜਾਬ ਪ੍ਰਤੀ ਔਰ ਪੰਜਾਬੀਅਤ ਪ੍ਰਤੀ ਆਪਣੇ ਪਿਆਰ ਦਾ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ। ਤਾਂ ਹੁਣ ਪਿੱਛੇ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਸਾਹਿਬਜ਼ਾਦਿਆਂ ਦੇ ਬਾਲ ਦਿਵਸ ਜਿਹੜਾ ਮਨਾਇਆ, ਇਹ ਸਾਡੀ ਕੌਮ ਦੇ ਲਈ ਬਹੁਤ ਫਖਰ ਦੀ ਗੱਲ ਹੈ। ਵੀਰ ਬਾਲ ਦਿਵਸ ਮਨਾਇਆ, ਅਨਾਉਂਸ ਕੀਤਾ ਜੀ, ਇਹ ਬਹੁਤ ਫਖਰ ਦੀ ਗੱਲ ਹੈ। ਅਸੀਂ ਅੱਜ ਤੱਕ ਕਿਸੇ ਵੀ ਪ੍ਰਾਈਮ ਮਿਨਿਸਟਰ ਨਹੀਂ, ਹਾਲਾਂਕਿ ਕਾਂਗਰਸ ਦੇ ਟਾਈਮ ਦੇ ਉੱਤੇ ਸਾਡੇ ਪੰਜਾਬੀਆਂ ਲਈ ਬੜੀ ਮਾਣ ਦੀ ਗੱਲ ਸੀ ਵੀ ਇੱਕ ਦਸਤਾਰ ਸਜਾਈ ਸਿੰਘ ਜਿਹੜਾ ਪ੍ਰਾਈਮ ਮਿਨਿਸਟਰ ਸੀ, ਬਟ ਐਸੇ ਕਦੀ ਵੀ ਸਟੈਪ ਜਿਹੜੇ ਆ ਸੋਚੇ ਹੀ ਨਹੀਂ ਗਏ ਹੈਗੇ, ਨਾ ਕਦੀ ਕੀਤੇ ਹੈਗੇ। ਸੋ ਮੈਂ ਤਾਂ ਇਹੀ ਵੀਰਾਂ ਨੂੰ ਕਹੂੰਗਾ ਵੀ ਜਿਹੜਾ ਹੈਗਾ ਐਸਾ ਪ੍ਰਾਈਮ ਮਿਨਿਸਟਰ ਜਿਹੜਾ ਦੇਸ਼ 'ਚੋਂ ਮਿਲਿਆ, ਜੋ ਸਿੱਖ ਕੌਮ ਨੂੰ ਪਿਆਰ ਕਰਦਾ, ਸਿੱਖਾਂ ਨੂੰ ਪਿਆਰ ਕਰਦਾ, ਮੈਂ ਉਹ ਐਸੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਹੈਗਾ ਸਾਨੂੰ ਆਪਣੇ ਗਲੇ ਨਾਲ ਲਾਉਣਾ ਚਾਹੀਦਾ ਔਰ ਜਿਹੜੇ ਸਾਡੇ ਬਾਕੀ ਇਸ਼ੂਜ਼ ਨੇ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰਨਾ ਚਾਹੀਦਾ।
ਚਾਹੀਦਾ ਵੀ ਇਹ ਜਿਹੜੀ ਵਿਰੋਧਤਾ ਹੈ ਇਸ ਨੂੰ ਬੰਦ ਕਰਕੇ ਪੰਜਾਬ ਦਾ ਕੋਈ ਫਾਇਦਾ ਪ੍ਰਾਈਮ ਮਿਨਿਸਟਰ ਦੇ ਜ਼ਰੀਏ ਕਰਾ ਲੈਣਾ ਚਾਹੀਦਾ। ਬਿਲਕੁਲ, ਅਸੀਂ ਆਲਰੇਡੀ ਸਰ ਨੁਕਸਾਨ ਕਰਾ ਚੁੱਕੇ ਹਾਂ। ਉਹਨਾਂ ਦੀ ਵਿਜ਼ਿਟ ਜਿਹੜੀ ਸੀ ਉਹ ਹੋਈ, ਉਸ ਵਿਜ਼ਿਟ ਦੇ ਉੱਤੇ ਇੰਨਾ ਵੱਡਾ ਆਪਾਂ ਇਨਸੀਡੈਂਟ ਖੜਾ ਕਰਤਾ, ਅਸੀਂ ਨੇਸ਼ਨ ਦੀ ਇਨਸਲਟ ਕੀਤੀ ਜੀ। ਵੀ ਹੈਵ ਇਨਸਲਟਡ ਦ ਨੇਸ਼ਨ। ਉਹ ਮੀਡੀਆ ਦੇ ਵਿੱਚ ਚੱਲਿਆ, ਅਖਬਾਰਾਂ 'ਚ ਗਿਆ, ਵਰਲਡ ਦੇ ਵਿੱਚ ਪੜ੍ਹਿਆ ਗਿਆ। ਇਹ ਸਾਡੇ ਪੰਜਾਬ ਦੀ ਜਿਹੜੀ ਹੈਗੀ ਹੈ ਤਾਂ ਇਨਸਲਟ ਹੋਈ ਹੈ, ਬਟ ਇਹ 'ਚ ਸਾਡੇ ਨੇਸ਼ਨ ਦੀ ਇਨਸਲਟ ਹੋਈ ਹੈ, ਕਿਉਂਕਿ ਇੰਨਾ ਪਪੂਲਰ ਪ੍ਰਧਾਨ ਮੰਤਰੀ ਜਿਹਨੂੰ ਦੁਨੀਆ ਪਿਆਰ ਕਰਦੀ ਹੈ। ਮੈਨੂੰ ਯਾਦ ਹੈ ਵੀਰ ਜੀ, ਮੈਂ ਕੁਝ ਜਹਾਜ਼ਾਂ ਦੇ ਸਿਲਸਿਲੇ ਵਿੱਚ ਅਮਰੀਕਾ ਦੇ ਆਪਣੇ ਕਾਊਂਟਰ ਪਾਰਟ ਦੇ ਨਾਲ ਗੱਲ ਕਰ ਰਿਹਾ ਸੀ, ਤੇ ਉਹਦੇ ਮੈਨੂੰ 2015 ਦੀ ਗੱਲ ਹੈ, 15 ਦੇ ਆਸ-ਪਾਸ ਦੀ ਗੱਲ ਹੋਣੀ ਹੈ, ਤੇ ਮੈਨੂੰ ਉਹ ਕਹਿੰਦਾ AJ Mr. Modi says is he as popular as he is in America? ਸੋ ਕੀ ਜਿਹੜਾ ਮੋਦੀ ਸਾਹਿਬ ਨੇ ਉਹ ਤੁਹਾਡੇ ਇੰਡੀਆ 'ਚ ਵੀ ਇੰਨੇ ਪਪੂਲਰ ਨੇ ਜਿੰਨੇ ਅਮਰੀਕਾ ਦੇ ਵਿੱਚ ਹੈ। ਸੋ ਮੈਨੂੰ ਉਸ ਵੇਲੇ ਬੜਾ ਮਾਣ ਮਹਿਸੂਸ ਹੋਇਆ ਕਿ ਕਿਉਂਕਿ ਮੈਂ ਦੁਨੀਆ ਦੇ ਆਲਮੋਸਟ 40 ਮੁਲਕਾਂ ਦੇ ਵਿੱਚ ਘੁੰਮਿਆ, ਬਟ ਆਈ ਫੈਲਟ ਪ੍ਰਾਊਡ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਅੱਜ ਸਾਡੀ ਇਹ ਪਹਿਚਾਣ ਬਣਾਈ ਹੈ ਕਿ ਜਦੋਂ ਅਸੀਂ ਸੜਕ ਤੇ ਤੁਰੇ ਜਾਂਦੇ ਹਾਂ ਤੇ ਉਹ ਕਹਿੰਦੇ ਨੇ ਵੀ ਯਾਰ ਦੇ ਆਰ ਇੰਡੀਅਨਸ, ਐਂਡ ਇਹਨਾਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਮੋਦੀ ਹੈ। ਮਤਲਬ ਇਹ ਚੀਜ਼ਾਂ ਹਟ ਕੇ ਹੋਣੀਆਂ ਚਾਹੀਦੀਆਂ। ਮੈਂ ਹੁਣ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਲੈ ਕੇ ਚੱਲਾਂ ਤੁਹਾਡੇ ਕੋਲ ਵੀ ਤੁਸੀਂ ਕਿੰਨੇ ਕੁ ਸੋਚ ਰਹੇ ਹੋ ਵੀ ਭਾਰਤੀ ਜਨਤਾ ਪਾਰਟੀ ਹੈ ਉਹ ਪੰਜਾਬ ਦੇ ਵਿੱਚ ਕਦੀ ਜ਼ਮਾਨਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਉਮੀਦਵਾਰ ਵੀ ਨਹੀਂ ਸੀ ਮਿਲ ਰਹੇ, ਲੇਕਿਨ ਹੁਣ ਕਹਿੰਦੇ ਨਾ ਇੱਕ ਅਨਾਰ 100 ਬਿਮਾਰ, ਹੁਣ ਤਾਂ ਇੱਕ ਸੀਟ ਦੇ ਉੱਤੇ ਬਹੁਤ ਸਾਰੇ ਆ ਰਹੇ। ਦੂਸਰਾ ਤੁਹਾਡਾ ਅਲਾਇੰਸ ਹੋ ਚੁੱਕਿਆ ਹੈ ਅਮਰਿੰਦਰ ਸਿੰਘ ਦੀ PLC ਨਾਲ ਔਰ ਢੀਂਡਸਾ ਸਾਹਿਬ ਦੀ ਜਿਹੜੀ ਅਕਾਲੀ ਦਲ ਸੰਯੁਕਤ ਹੈ ਇਹਦੇ ਨਾਲ ਤੁਹਾਡਾ ਅਲਾਇੰਸ ਹੋ ਚੁੱਕਿਆ ਹੈ। ਅਜਿਹੇ ਵਿੱਚ ਰਲ ਕੇ ਤੁਸੀਂ ਕਿੰਨੀ ਕੁ ਉਮੀਦ ਸਮਝਦੇ ਹੋ ਤੁਹਾਡੀ ਸਰਕਾਰ ਜਿਹੜੀ ਹੈ ਹੁਣ 2022 ਚ ਬਣ ਸਕਦੀ ਹੈ? ਦੇਖੋ ਜੀ, ਮੈਂ ਕੁਛ ਮੇਰੇ ਆਪਣੇ ਐਕਸਪੀਰੀਅੰਸਿਸ ਨੇ ਪਾਰਟੀ ਦੇ ਨਾਲ, ਜਿਹਦੇ ਵਿੱਚ ਮੇਰੇ ਫਾਦਰ ਦਾ ਵੀ ਸਿਲੈਕਸ਼ਨ ਹੈ। ਮੈਂ ਇੱਕ ਗੱਲ ਜਾਣਦਾ ਕਿ ਸਾਡੀ ਪਾਰਟੀ ਜਿਹੜੀ ਹੈ, ਜਿੱਥੇ ਹਾਈ ਕਮਾਂਡ ਦੇ ਸਿਲੈਕਸ਼ਨ ਕਮੇਟੀ ਹੈ, ਚਾਹੇ ਕਿਸੇ ਤਰੀਕੇ ਦਾ ਵੀ ਛੋਟੇ ਤੋਂ ਛੋਟਾ ਵੀ ਕੈਂਡੀਡੇਟ ਸਿਲੈਕਟ ਕਰਨਾ, ਜਾਂ ਵਿਧਾਨ ਸਭਾ ਲਈ ਕਰਨਾ, ਜਾਂ ਮੈਂਬਰ ਪਾਰਲੀਮੈਂਟ ਨਹੀਂ ਕਰਨਾ, ਜਾਂ ਕਿਸੇ ਪੋਸਟ ਲਈ ਕਰਨਾ, ਉੱਥੇ ਕ੍ਰੈਡੀਬਿਲਿਟੀ ਤੇ ਜਿਹੜੀ ਹੈਗੀ ਆ, ਜਿਹੜਾ ਆਦਮੀ ਕ੍ਰੈਡੀਬਲ ਹੈ ਉਹਦੀ ਕ੍ਰੈਡੀਬਿਲਿਟੀ ਨੂੰ ਕੰਸੀਡਰ ਕਰਕੇ ਦਿੰਦੇ ਨੇ ਜੀ। ਸਾਡੀ ਫੈਮਿਲੀ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ, ਕਿਉਂਕਿ ਸਾਨੂੰ ਸਾਰੇ ਪਰਿਵਾਰਕ ਤੌਰ ਤੇ ਜਾਣਦੇ ਨੇ। ਸਾਡਾ ਆਪਣਾ ਇਲਾਕਾ ਅੱਜ ਜਿਸ ਕੁਰਸੀ ਤੇ ਮੇਰੇ ਫਾਦਰ ਸਾਹਿਬ ਵਿਰਾਜਮਾਨ ਹੋਏ ਨੇ ਉਹ ਵਿਦਆਊਟ ਗੋਡ ਫਾਦਰ ਹੋਏ ਆ, ਬਟ ਸਿਰਫ ਕ੍ਰੈਡੀਬਿਲਿਟੀ ਤੇ। ਸੋ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਪਾਰਟੀ ਜਿਹੜੀ ਹੈਗੀ, ਕਿਉਂਕਿ ਡੈਮੋਕ੍ਰੈਟਿਕ ਕੰਟਰੀ ਹੈ, ਸਾਡੇ ਸਾਰਿਆਂ ਦਾ ਹੱਕ ਬਣਦਾ ਹੈ ਵੀ ਅਸੀਂ ਆਪਣੇ ਦਾਅਵੇਦਾਰੀ ਪੇਸ਼ ਕਰੀਏ ਵਿਦ ਅਲਾਇੰਸ ਐਂਡ ਵਿਦ ਆਰ ਓਨ ਕੈਡਰ। ਆਈ ਐਮ ਵੈਰੀ ਸ਼ੋਰ ਕਿ ਜਿਹੜਾ ਹੈਗਾ ਆ ਸਾਡਾ ਜਿੰਨੀ ਵੀ ਸਿਲੈਕਸ਼ਨ ਹੋਏਗੀ ਕੈਂਡੀਡੇਟ ਸੀ ਉਹ ਕ੍ਰੈਡੀਬਿਲਿਟੀ ਬੇਸਡ ਹੋਣੀ ਹੈ। ਔਰ ਮੈਂ ਤਾਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਦੇ ਵਿੱਚ ਘੁੰਮਦਾ ਜੀ, ਜਿਸ ਤਰ੍ਹਾਂ ਦੇ ਐਲੀਗੇਸ਼ਨਸ ਦੂਸਰੀ ਪਾਰਟੀਆਂ ਤੇ ਲੱਗ ਰਹੇ ਆ ਕਿ ਬਈ ਟਿਕਟ ਦਾ ਸੌਦਾ ਹੋ ਗਿਆ, ਪੈਸੇ ਲੈ ਕੇ ਵੇਚਤੇ, ਜਿਹੜੇ ਸੀਨੀਅਰ ਲੀਡਰ ਇਹਨਾਂ ਦੇ ਦਿੱਲੀੋਂ ਆਏ ਹੋਏ ਨੇ ਉਹਨਾਂ ਨੂੰ ਲੋਕ ਭਜਾ ਰਹੇ ਨੇ, ਹੈ ਨਾ ਜੀ। ਤੇ ਤੁਸੀਂ ਦੇਖੋ ਵੀ ਸਾਡੇ ਤੇ ਕਿਹੋ ਜਿਹਾ ਟਾਈਮ ਲੰਘਿਆ 1.5 ਸਾਲ, ਬਟ ਅੱਜ ਹਾਲੇ ਤੱਕ ਵੀ ਸਾਡੇ ਕੋਈ ਵੀ ਬੰਦਾ ਜਿਹੜਾ ਹੈ ਉਹ ਲੀਡਰਸ਼ਿਪ ਉੱਤੇ ਕੁਐਸਚਨ ਨਹੀਂ ਰੇਜ਼ ਕਰ ਸਕਦਾ ਬਈ ਇਹਨਾਂ ਨੇ ਜਿਹੜਾ ਹੈਗਾ ਕ੍ਰੈਡੀਬਿਲਿਟੀ ਤੋਂ ਬਾਹਰ ਉੱਠ ਕੇ ਕਿਸੇ ਸਿਲੈਕਸ਼ਨ ਕੀਤੀ ਹੈ। ਸੋ ਅਸੀਂ ਇਸ ਚੀਜ਼ ਦਾ ਬੜਾ ਮਾਣ ਮਹਿਸੂਸ ਕਰਦੇ ਹਾਂ ਜਿਹੜਾ ਸਾਡਾ ਪ੍ਰੋਸੈਸ ਹੈਗਾ ਸਾਡੀ ਪਾਰਟੀ ਦਾ। ਔਰ ਮੈਨੂੰ ਜਿੱਥੇ ਤੱਕ ਲੱਗਦਾ ਕਿ ਜਦੋਂ ਸਾਡੀ ਲਿਸਟ ਆਏਗੀ ਲੋਕਾਂ ਦਾ ਹੋਰ ਵਿਊਜ਼ ਜਿਹੜੇ ਚੇਂਜ ਹੋਣਗੇ, ਬਿਕੋਜ਼ ਡਿਜ਼ਰਵਿੰਗ ਕੈਂਡੀਡੇਟਸ ਜਿਹੜੇ ਗਰਾਊਂਡ ਦੇ ਉੱਤੇ ਆਉਣਗੇ ਐਂਡ ਵਿਦ ਦ ਡਿਜ਼ਰਵਿੰਗ ਕੈਂਡੀਡੇਟਸ ਮੈਨੂੰ ਆਈ ਐਮ 100% ਸ਼ੋਰ ਕਿ ਅਸੀਂ ਥੰਪਿੰਗ ਵਿਕਟਰੀ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਔਰ ਮੈਂ ਤੇ ਇਹੀ ਸਾਰਿਆਂ ਨੂੰ ਅਪੀਲ ਕਰੂੰਗਾ, ਅੱਜ ਦੀ ਜੋ ਟਾਈਮ ਹੈ, ਅੱਜ ਦਾ ਜੋ ਸਮਾਂ ਹੈ, ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਹੈਗੀ ਹੈ ਭਾਜਪਾ ਦੀ ਸਪੋਰਟ ਕਰਨੀ ਚਾਹੀਦੀ ਹੈ। ਔਰ ਐਸੀ ਲੀਡਰਸ਼ਿਪ ਨੂੰ ਪੰਜਾਬ ਦੇ ਵਿੱਚ ਆਉਣ ਦੀ ਲੋੜ ਹੈ ਜਿਹੜੀ ਕਰਪਸ਼ਨ ਫ੍ਰੀ ਹੋਵੇ, ਮਾਫੀਆ ਫ੍ਰੀ ਹੋਵੇ। ਅੱਜ 14 ਸਾਲ 7 ਸਾਲ ਹੋ ਚੁੱਕੇ ਨੇ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਬਣੇ ਹੋਏ, ਉਸ ਤੋਂ ਪਹਿਲਾਂ ਉਹ ਚੀਫ ਮਿਨਿਸਟਰ ਵੀ ਰਹੇ ਨੇ। ਸਾਡੇ ਹੁਣ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਜਿਨ੍ਹਾਂ ਦੀ ਕਿਸੇ ਦੀ ਕੋਈ 10 ਸਾਲ ਸਰਕਾਰ ਰਹੀ, ਕੋਈ 5 ਸਾਲ ਸਰਕਾਰ ਰਹੀ, ਉਹਨਾਂ ਤੇ ਕੀ ਐਲੀਗੇਸ਼ਨ ਨੇ, ਉਹਨਾਂ ਤੇ ਕੀ ਐਲੀਗੇਸ਼ਨ ਨੇ, ਉਹਨਾਂ ਦੇ ਬੱਚਿਆਂ ਤੇ ਕੀ ਐਲੀਗੇਸ਼ਨ ਨੇ। ਜਦੋਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੰਨੀ ਵੱਡੀ ਟੈਨਿਓਰ ਜਿਹੜੀ ਹੈਗੀ ਹੈ ਉਹ ਪਾਵਰ 'ਚ ਕੰਪਲੀਟ ਕੀਤੀ ਹੈ, ਪਰ ਇੱਕ ਵੀ ਇਨਸਾਨ ਜਿਹੜਾ ਉਹਨਾਂ ਦੇ ਉੱਤੇ ਆ ਕੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨਹੀਂ ਲਾ ਸਕਦਾ, ਕੋਈ ਮਾਫੀਆ ਦਾ ਐਲੀਗੇਸ਼ਨ ਨਹੀਂ ਲਾ ਸਕਦਾ।
ਐਲੀਗੇਸ਼ਨ ਲਿਆ ਸਕਦੇ। ਮੇਰਾ ਪ੍ਰੋਗਰਾਮ ਉਦੋਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਮੈਂ ਅਖੀਰ ਦੇ ਵਿੱਚ ਤੁਹਾਡੇ ਕੋਲੋਂ ਇਹ ਪ੍ਰਸ਼ਨ ਨਾ ਪੁੱਛਾਂ ਵੀ, ਕਿਉਂਕਿ ਸਾਡੇ ਇਲਾਕੇ 'ਚ, ਜਿਸ ਇਲਾਕੇ 'ਚ ਤੁਸੀਂ ਖੜਨ ਜਾ ਰਹੇ ਹੋ, ਰੂਪਨਗਰ ਏਰੀਏ 'ਚ ਇੱਕ ਸਭ ਤੋਂ ਵੱਡਾ ਮੁੱਦਾ ਹੈ ਇਲੀਗਲ ਮਾਈਨਿੰਗ ਮਾਫੀਆ ਇੱਥੇ ਸਰਗਰਮ ਹੈ। ਤੁਹਾਡੇ ਜਿੰਨੇ ਵੀ ਕੈਂਡੀਡੇਟ ਨੇ, ਚਾਹੇ ਉਹ ਅਕਾਲੀ ਦਲ ਦਾ, ਚਾਹੇ ਉਹ ਕਾਂਗਰਸ ਦਾ, ਚਾਹੇ ਹੁਣ ਜਿਸ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ, ਸਾਰਿਆਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਵੀ ਇਹ ਮਾਈਨਿੰਗ ਮਾਫੀਆ ਦੇ ਨਾਲ ਮਿਲੇ ਹੋਏ ਨੇ, ਇਹਨਾਂ ਦੀ ਮਿਲੀ ਭਗਤ ਨਾਲ ਹੁੰਦੀ ਹੈ। ਤੁਹਾਨੂੰ ਟਿਕਟ ਮਿਲਦੀ ਹੈ, ਤੁਸੀਂ ਜਿੱਤਦੇ ਹੋ, ਮਾਈਨਿੰਗ ਮਾਫੀਆ ਤੇ ਨਕੇਲ ਕਿਸ ਤਰ੍ਹਾਂ ਪਾਓਗੇ? ਦੇਖੋ ਜੀ, ਮਾਈਨਿੰਗ ਇੱਕ ਬਹੁਤ ਵੱਡਾ ਇਸ਼ੂ ਹੈ ਸਾਡੇ ਏਰੀਆ 'ਚ ਜੀ, ਔਰ ਆਲਮ ਵੀਰ ਜੀ ਇਹ ਆ ਚੁੱਕਾ ਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਹੁਣ ਵਾਟਰ ਲੈਵਲ ਹੈ, ਉਹ ਜਿੱਥੇ 40 45 ਫੁੱਟ ਤੇ ਪਾਣੀ ਸੀ, ਅੱਜ 500 ਫੁੱਟ ਜਾ ਚੁੱਕਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿੰਨੇ ਵੀ ਪਾਵਰ ਦੇ ਵਿੱਚ ਬੰਦੇ ਰਹੇ ਆ, ਵਨ ਔਰ ਦੀ ਅਦਰ ਵੇ ਇਸ ਚੀਜ਼ ਦੇ ਵਿੱਚ ਟੋਟਲੀ ਇਨਵੋਲਵ ਰਹੇ ਨੇ। ਜਿੱਥੇ ਕਰਪਸ਼ਨ ਇਨਵੋਲਵ ਹੋ ਜਾਂਦੀ ਹੈ, ਉੱਥੇ ਸਿਧਾਂਤ ਖਤਮ ਹੋ ਜਾਂਦੇ ਨੇ। ਤੁਸੀਂ ਜਦੋਂ ਕਰਪਸ਼ਨ ਲੈਣ ਲੱਗ ਪਏ, ਪੈਸੇ ਲੈਣ ਲੱਗ ਪਏ ਜਾਂ ਪੈਸੇ ਲੈ ਕੇ ਕੰਮ ਕਰਾਉਣ ਲੱਗ ਪਏ, ਉਦੋਂ ਫਿਰ ਸਿਧਾਂਤਾਂ ਦੀ ਲੜਾਈ ਖਤਮ ਹੋ ਜਾਂਦੀ ਹੈ। ਸਾਡਾ ਪਰਿਵਾਰ 16 ਸਾਲ ਤੋਂ ਇੱਥੇ ਬੈਠਾ ਹੈ ਜੀ। 16 ਸਾਲ ਦੇ ਵਿੱਚ 2012 ਚ ਮੇਰੇ ਫਾਦਰ ਪੁਲਿਸ ਤੋਂ ਰਿਟਾਇਰ ਹੋਏ ਨੇ। ਅਸੀਂ ਆਪਣਾ ਮਕਾਨ ਜਿਹੜਾ ਸਾਡਾ ਫਾਰਮ ਹੈ ਜੀ 2009 ਦੇ ਵਿੱਚ ਮੁਕੰਮਲ ਕਰ ਲਿਆ ਸੀ। ਉਸ ਤੋਂ ਬਾਅਦ ਮੇਰੇ ਫਾਦਰ ਪੋਲੀਟੀਕਲੀ ਐਕਟਿਵ ਰਹੇ। ਉਸ ਤੋਂ ਬਾਅਦ ਮੇਰੇ ਫਾਦਰ ਨੈਸ਼ਨਲ ਸਪੋਕਸਪਰਸਨ ਰਹੇ। ਹੁਣ ਫਾਦਰ ਸਾਹਿਬ ਚੇਅਰਮੈਨ ਬਣੇ ਨੇ ਮਿਨੋਰਟੀ ਕਮਿਸ਼ਨ ਦੇ। ਮੈਂ ਆਪ ਜਿਹੜਾ ਹੈਗਾ, ਮੇਰਾ ਕੁਝ ਬਿਜ਼ਨਸ ਐਸਾ ਹੈ ਹੈਲੀਕਾਪਟਰਸ ਦਾ ਕਿ ਮੇਰੇ ਆਪਣੇ ਵੀ ਕੁਝ ਪਰਸਨਲ ਰਿਲੇਸ਼ਨਸ਼ਿਪਸ ਐਸੇ ਨੇ ਕਿ ਮੈਂ ਜੇ ਕਿਸੇ ਦੀ ਕੋਈ ਮਦਦ ਕਰਨਾ ਹੋਵੇ ਤਾਂ ਮੈਨੂੰ ਸ਼ਾਇਦ ਆਪਣੇ ਫਾਦਰ ਦੇ ਵੱਲ ਦੇਖਣ ਦੀ ਲੋੜ ਨਹੀਂ, ਮੈਂ ਆਪ ਹੀ ਪਰਸਨਲੀ ਕੰਮ ਕਰਵਾ ਸਕਦਾ। 15 ਸਾਲ 16 ਸਾਲਾਂ ਦੇ ਵਿੱਚ ਜੇ ਮੈਂ ਕਹਿੰਦਾ ਜ਼ਿਆਦਾ ਨਹੀਂ ਤਾਂ ਅਸੀਂ ਘੱਟੋ ਘੱਟ 16 ਕੰਮ ਵੀ, ਜੇ ਅਸੀਂ ਕਹਿ ਲਈਏ ਮਿਨੀਮਮ ਸਾਲ 'ਚ ਇੱਕ ਕੰਮ ਵੀ ਕਰਾਉਣਾ ਹੋਵੇ, ਅਸੀਂ 16 ਕੰਮ ਤਾਂ ਹਾਲ ਤੱਕ ਕਰਾ ਚੁੱਕੇ ਹਾਂ। ਬਟ 16 ਬੰਦਿਆਂ ਵਿੱਚੋਂ ਇੱਕ ਬੰਦਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਲਾਲਪੁਰਾ ਖਾਨਦਾਨ ਦੇ ਵਿੱਚੋਂ ਸਾਡਾ ਆਹ ਕੰਮ ਕਰਾਉਣ ਦਾ ਇਹਨਾਂ ਨੇ ਜਾਂ ਇਹਨਾਂ ਦੇ ਪੀਏ ਨੇ 1 ਰੁਪਈਆ ਵੀ ਕਦੀ ਲਿੱਤਾ ਹੁੰਦਾ ਜਾਂ ਚਾਹ ਵੀ ਪੀਤੀ ਹੋਵੇ। ਸੋ ਮੈਨੂੰ ਬਿਲਕੁਲ ਯਕੀਨ ਹੈ ਜੀ ਕਿ ਜਦੋਂ ਜੇ ਵਾਹਿਗੁਰੂ ਸਾਡੇ ਤੇ ਬਖਸ਼ਿਸ਼ ਕਰਦਾ ਔਰ ਸਾਡੇ ਪਰਿਵਾਰ ਦੇ ਉੱਤੇ ਜੇ ਵਾਹਿਗੁਰੂ ਛੜੀ ਰੱਖਦਾ, ਮੇਰੇ ਰੱਬ ਰੂਪੀ ਮੇਰੇ ਸਾਥੀ ਜਿਹੜੇ ਹੈਗੇ ਆ ਵਾਹਿਗੁਰੂ, ਮੇਰੇ ਜਿਹੜੇ ਵੋਟਰਸ ਨੇ, ਸਾਡੇ ਲੋਕਲ ਬੰਦੇ ਨੇ, ਉਹ ਸਾਰਾ ਪਰਿਵਾਰ ਨੂੰ ਜੇ ਅੱਗੇ ਲੈ ਕੇ ਆਉਂਦੇ, ਸਭ ਤੋਂ ਪਹਿਲਾਂ ਜਿਹੜੀ ਆ ਅਸੀਂ ਮਾਈਨਿੰਗ ਬੰਦ ਕਰਨੀ ਆ, ਗੁੰਡਾ ਪਰਚੀ ਬੰਦ ਕਰਨੀ ਆ, ਗੁੰਡਾ ਮਾਫੀਆ ਖਤਮ ਕਰਨਾ, ਠੀਕ ਹੈ ਨਾ ਜੀ। ਜਿਹੜਾ ਇਹ ਡਰਾਉਣ ਤੇ ਧਮਕਾਉਣ ਦਾ ਗੁੰਡਾ ਰਾਜ ਚੱਲਿਆ ਹੋਇਆ, ਇਹਨੂੰ ਬੰਦ ਕਰਨਾ। ਸੋ ਇਹ ਜਿਹੜਾ ਮੇਰੀ ਜਿਹੜੀ ਲੜਾਈ ਹੈ ਜੀ ਪਰਸਨਲ, ਮੈਂ ਤਾਂ ਸਾਰਿਆਂ ਨੂੰ ਹੁਣ ਇਹ ਗੱਲ ਕਹਿਣਾ ਬਈ, ਮੈਨੂੰ ਕਈ ਵਾਰ ਕੁਐਸਚਨ ਪੁੱਛਦੇ ਆ ਵੀ ਜੀ ਤੁਸੀਂ ਜੇ ਤੁਹਾਨੂੰ ਟਿਕਟ ਮਿਲਦੀ, ਤੁਹਾਡਾ ਕੰਪੀਟੀਸ਼ਨ ਕਿਹਦੇ ਨਾਲ ਜੀ? ਤੇ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਵੀ ਨਾ, ਮੇਰਾ ਕੰਪੀਟੀਸ਼ਨ ਕਿਸੇ ਨਾਲ ਨਹੀਂ। ਮੇਰਾ ਕੰਪੀਟੀਸ਼ਨ ਸਿਰਫ 2 ਚੀਜ਼ਾਂ ਨਾਲ ਹੈ। ਨੰਬਰ 1 ਮੇਰਾ ਕੰਪੀਟੀਸ਼ਨ ਆਪਣੇ ਆਪ ਨਾਲ ਹੈ, ਆਪਣੇ ਫਾਦਰ ਦੀਆਂ ਅਚੀਵਮੈਂਟਸ ਨਾਲ ਨੇ, ਕਿਉਂਕਿ ਮੇਰੇ ਫਾਦਰ ਨੇ ਬਿਨਾਂ ਆਪਣੇ ਫਾਦਰ ਤੇ, ਹੀ ਵਾਜ਼ ਓਨਲੀ 10 years old when he lost his father, ਉੱਥੋਂ ਇਸ ਲੈਵਲ ਤੱਕ ਗਏ ਆ। ਉਹ ਮੇਰੇ ਕੋਲ ਤਾਂ ਬਹੁਤ ਵੱਡਾ ਪਲੇਟਫਾਰਮ ਹੈ। ਸੋ ਮੈਨੂੰ ਇੰਨੀ ਮਿਹਨਤ ਕਰਨੀ ਹੈ ਕਿ ਮੈਂ ਆਪਣੇ ਫਾਦਰ ਦਾ ਨਾਮ ਹੋਰ ਅੱਗੇ ਲੈ ਕੇ ਜਾ ਸਕਾਂ। ਦੂਸਰਾ ਜਿਹੜਾ ਝਗੜਾ ਸਾਡਾ ਹੈਗਾ ਹੈ ਸਭ ਤੋਂ ਵੱਡਾ, ਉਹ ਹੈਗਾ ਹੈ ਮਾਫੀਏ ਦੇ ਨਾਲ, ਕਿਉਂਕਿ ਇਸ ਇਲੈਕਸ਼ਨ 'ਚ ਜੇ ਸਾਡਾ ਪਰਿਵਾਰ ਆਉਂਦਾ ਤੇ ਮੈਨੂੰ ਪਤਾ ਹੈ ਵੀ ਜਿੰਨਾ ਮਾਫੀਆ ਜਿਹੜੀ ਮਰਜ਼ੀ ਪਾਰਟੀ ਨਾਲ ਐਸੋਸੀਏਟਡ ਹੋਵੇ, ਉਹਨਾਂ ਨੇ ਇਕੱਠੇ ਹੋ ਕੇ ਇਹੀ ਕੋਸ਼ਿਸ਼ ਕਰਨੀ ਹੈ ਵੀ ਇਹ ਇਮਾਨਦਾਰ ਇਨਸਾਨ, ਚੰਗੀ ਛਵੀ ਦੇ ਇਨਸਾਨ ਔਰ ਲੋਕਾਂ ਨੂੰ ਮੁਹੱਬਤ ਕਰਨ ਵਾਲੇ, ਇਨਸਾਨੀਅਤ ਨਾਲ ਜੁੜੇ ਪਰਿਵਾਰ ਜਿਹੜਾ ਇਹ ਜਿਹੜਾ ਕਿਸੇ ਤਰੀਕੇ ਰੋਕਿਆ ਜਾਵੇ। ਸੋ ਵੀ ਆਰ ਰੈਡੀ ਫॉर द वॉर। ਔਰ ਮੇਰਾ ਚੈਲੰਜ ਹੈ ਸਾਰਿਆਂ ਨੂੰ ਬਈ ਇਨਸਾਨੀਅਤ ਪਹਿਲਾਂ ਮੇਰੀ ਸੰਸਥਾ ਚਲਾਉਣਾ, ਇਨਸਾਨੀਅਤ 'ਚ ਮੈਂ ਯਕੀਨ ਰੱਖਦਾ ਔਰ ਇਨਸਾਨੀਅਤ ਹੀ ਜਿੱਤੇਗੀ। ਇਨਸਾਨੀਅਤ ਦੀ ਜਿੱਤ ਤਾਂ ਹੀ ਹੋਏਗੀ ਦੋਸਤੋ ਜੇ ਅਸੀਂ ਵੀ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਾਂਗੇ। ਕੇਵਲ ਨਸ਼ਿਆਂ ਦੇ ਲਾਲਚ ਜਾਂ ਪੈਸਿਆਂ ਦੇ ਲਾਲਚ ਅਸੀਂ ਕਿਸੇ ਦੇ ਮਗਰ ਲੱਗ ਕੇ ਆਪਣੀਆਂ ਵੋਟਾਂ ਵੇਚਾਂਗੇ ਨਹੀਂ। ਦੋਸਤੋ, ਕੀ ਸਾਨੂੰ ਪਹਿਲਾਂ ਨਹੀਂ ਸੀ ਕਿਹਾ ਗਿਆ ਵੀ ਨਸ਼ੇ ਬੰਦ ਕਰਾਂਗੇ, ਮਾਈਨਿੰਗ ਬੰਦ ਕਰਾਂਗੇ, ਲੇਕਿਨ ਕੀ ਨਸ਼ੇ ਬੰਦ ਹੋ ਗਏ, ਮਾਈਨਿੰਗ ਬੰਦ ਹੋ ਗਏ, ਜਾਂ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਗਿਆ, ਜਾਂ ਫਿਰ ਅਸੀਂ ਅੱਜ ਵੀ ਜਿਹੜੇ ਹੈ ਸਾਡੇ ਇਲਾਕੇ ਦੇ ਵਿੱਚ ਇੱਕ PGI ਵਰਗਾ ਹਸਪਤਾਲ ਖੁੱਲ ਗਿਆ। ਬਹੁਤ ਸਾਰੇ ਵਾਅਦੇ ਕੀਤੇ ਗਏ ਲੇਕਿਨ ਉਹ ਵਾਅਦੇ ਨਾ ਮੁਕੰਮਲ ਨੇ। ਅੱਜ ਵੀ ਅਸੀਂ ਉਸੇ ਤਰ੍ਹਾਂ ਤਰਸ ਰਹੇ ਹਾਂ। ਸੋਚਣਾ ਇਹ ਹੈ ਹੁਣ ਵੋਟ ਉਸ ਨੂੰ ਪਾਣੀ ਹੈ ਜਿਹੜਾ ਘੱਟੋ ਘੱਟ ਇਹਨਾਂ ਮਾਫੀਆ ਨੂੰ ਇੱਥੋਂ ਦੂਰ ਨਠਾ ਸਕੇ। ਫੈਸਲਾ ਤੁਸੀਂ ਕਰਨਾ ਤੇ ਫੈਸਲੇ ਦੀ ਤਾਰੀਖ ਤੁਸੀਂ ਜਾਣਦੇ ਹੋ ਕਿ ਇਸ ਵਾਰ 14 ਫਰਵਰੀ ਹੈ, ਜਿਸ ਦਿਨ ਤੁਸੀਂ ਆਪਣੀ ਵੋਟ ਪਾਣੀ ਆ। ਵੋਟ ਪਾਣ ਜ਼ਰੂਰ ਨਿਕਲਣਾ ਦੋਸਤੋ, ਤਾਂ ਕਿ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਥੱਪੜ ਵੱਜ ਸਕੇ ਜਿਹੜੇ ਕਹਿੰਦੇ ਨੇ ਅਸੀਂ ਤਾਂ ਕਿਸੇ ਨੂੰ ਇੱਕ ਬੋਤਲ ਦੇ ਨਾਲ ਖਰੀਦ ਕੇ ਵੋਟ ਜਿੱਧਰ ਮਰਜ਼ੀ ਪਵਾ ਸਕਦੇ ਹਾਂ। ਸੋ ਨਸ਼ੇ ਤੋਂ ਦੂਰ ਰਹਿ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ ਅਜੇ ਵੀਰ ਸਿੰਘ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨ ਤੋਂ ਪਹਿਲਾਂ ਦੋਸਤੋ,
ਤੁਹਾਨੂੰ ਸਭ ਨੂੰ ਬੇਨਤੀ ਕਰਨੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨਾ, ਸੈੱਟ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਦਬਾ ਕੇ ਸਾਡੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਇਹ ਪ੍ਰੋਗਰਾਮ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖ ਕੇ ਆਪਣੀ ਵੋਟ ਪਾਉਣ ਨੂੰ ਨਿਕਲ ਸਕਣ ਤੇ ਅਜੇ ਵੀਰ ਸਿੰਘ ਦੇ ਵਿਚਾਰਾਂ ਨੂੰ